ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਆਪ ਸਭ ਜੀ ਦਾ ਵੈਲਕਮ ਹੈ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਵੱਲੋਂ। ਮੈਂ ਹਾਂ ਪ੍ਰੋਫੈਸਰ ਅੰਕਿਤ ਔਰ ਅੱਜ ਆਪਾਂ ਤੁਹਾਨੂੰ ਵਰਚੁਅਲ ਟੂਰ ਕਰਾਵਾਂਗੇ ਕੋਨਸਟੋਗਾ ਦਾ ਕਿਚਨਰ ਡੂਨ ਕੈਂਪਸ। ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲੇ ਸਕਰੀਨ ਦੇ ਉੱਤੇ ਜੋ ਆ ਰਿਹਾ ਹੈ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹਿੱਸਾ ਹੈ ਕੋਨਸਟੋਗਾ ਕਾਲਜ ਦਾ। ਆਪਾਂ ਗੱਲ ਕਰਾਂਗੇ ਸਿਰਫ ਔਰ ਸਿਰਫ ਕਿਚਨਰ ਕੈਂਪਸ ਦੀ। ਇਸ ਕੈਂਪਸ ਦੇ ਅੱਗੇ ਸਬ ਪਾਰਟਸ ਹੈ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਆਪਣੀ ਵੀਡੀਓਜ਼ ਦੇ ਅੰਦਰ, ਕਿਚਨਰ ਦਾ ਜੋ ਕੈਂਪਸ ਹੈਗਾ ਕੋਨਸਟੋਗਾ ਕਾਲਜ ਦਾ, ਉਹਦੇ ਵਿੱਚ ਅਰਾਊਂਡ ਆਪਣੇ ਕੋਲੇ 263 ਕੋਰਸਿਸ हैं, 263 ਕੋਰਸਿਸ ਐਂਡ ਵਿਚ ਕਵਰ ਟੈਕਨੀਕਲ, ਨॉन ਟੈਕਨੀਕਲ, ਮੈਡੀਕਲ, ਡਿਜ਼ਾਈਨ, ਬਿਜ਼ਨਸ ਸਟੱਡੀਜ਼, ਲਾਈਫ ਸਾਇੰਸਿਸ, ਕਮਿਊਨਿਟੀ, ਇਹ ਸਾਰੇ ਤਰ੍ਹਾਂ ਦੇ ਲੈਂਗੁਏਜ ਕੋਰਸਿਸ ਵਗੈਰਾ ਕਵਰ ਹੁੰਦੇ ਹੈ। ਅਤੇ ਅੱਜ ਆਪਾਂ ਇੱਕ ਵਰਚੁਅਲ ਟੂਰ ਦੇਖਦੇ ਹਾਂ ਜੀ, ਕਾਲਜ ਕਿੱਦਾਂ ਦਾ, ਕਿਵੇਂ ਬਣਿਆ ਹੋਇਆ, ਕਿਹੜੇ ਕਿਹੜੇ ਸੈਕਸ਼ਨਸ ਹੈ, ਬਿਲਡਿੰਗਸ ਕਿੱਦਾਂ ਦੀਆਂ, ਕੀ ਕੀ ਚੀਜ਼ ਉੱਥੇ ਹੈ, ਫੈਸਿਲਿਟੀਜ਼ ਕੀ ਕੀ ਹੈ। ਚਲੋ ਸਟਾਰਟ ਕਰਦੇ ਹਾਂ ਜੀ ਆਪਾਂ। ਸੋ ਦਿਸ ਇਜ਼ ਦ ਫਸਟ ਬਿਲਡਿੰਗ ਜਿਹੜੀ ਤੁਸੀਂ ਜਦੋਂ ਵੀ ਤੁਸੀਂ ਕੋਨਸਟੋਗਾ ਕਾਲਜ ਦੇ ਅੰਦਰ ਐਂਟਰ ਕਰੋਗੇ ਤਾਂ ਤੁਹਾਨੂੰ ਮੇਨਲੀ ਵੈਲਕਮ ਸੈਂਟਰ ਦੇ ਵਿੱਚ ਹੀ ਜਾਣਾ ਪਏਗਾ, ਬਿਕੋਜ਼ ਦੈਟ ਇਜ਼ ਦ ਓਨਲੀ ਪਲੇਸ ਫਰੋਮ ਵੇਅਰ ਯੂ ਕੈਨ ਗੈਟ ਸਟਾਰਟਡ ਵਿਦ ਯੋਰ ਕੋਰਸ ਔਰ ਯੋਰ ਪ੍ਰੋਗਰਾਮ। ਤਾਂ ਕਰਨਾ ਕੀ ਹੈ, ਤੁਸੀਂ ਦੇਖੋ ਇਸ ਬਿਲਡਿੰਗ ਦੇ ਵਿੱਚ ਆਹ ਡੋਰ ਹੈਗਾ ਜੀ, ਇਸ ਡੋਰ ਦੇ ਅੰਦਰ ਤੁਸੀਂ ਜਾਣਾ ਅਤੇ ਇਸ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਦਿਖਾਈ ਜਾਂਦਾ ਸੈਂਟਰ ਸਾਰਾ, ਤਾਂ ਤੁਹਾਨੂੰ ਸਮਝ ਆਈ ਜਾਏਗਾ। ਜੋ ਚੀਜ਼ਾਂ ਹੋਣਗੀਆਂ ਐਕਸਪਲੇਨ ਕਰਨ ਵਾਲੀਆਂ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਰਹੂੰਗਾ। ਤਾਂ ਜਦੋਂ ਤੁਸੀਂ ਨਵਾਂ ਕੋਰਸ ਮਤਲਬ ਤੁਸੀਂ ਕੋਰਸ ਇੰਡੀਆ ਤੋਂ ਸਿਲੈਕਟ ਕਰ ਲਿਆ, ਤੁਹਾਡੀ ਐਡਮਿਸ਼ਨ ਹੋ ਗਈ, ਤੁਸੀਂ ਕੈਨੇਡਾ ਪਹੁੰਚ ਗਏ ਹੋ, ਤਾਂ ਹਰੇਕ ਸਟੂਡੈਂਟ ਨੇ ਵੈਲਕਮ ਸੈਂਟਰ ਦੇ ਉੱਤੇ ਹੀ ਜਾਣਾ ਹੁੰਦਾ ਆਪਣੇ ਕਾਲਜ ਦੇ। ਤਾਂ ਵੈਲਕਮ ਸੈਂਟਰ ਦੇ ਵਿੱਚ ਜਾ ਕੇ ਉੱਥੇ ਉਹਨੇ ਆਪਣਾ ਇਨਫੋਰਮ ਕਰਨਾ ਹੈ ਕਾਲਜ ਅਥਾਰਟੀਜ਼ ਨੂੰ ਕਿ ਮੈਂ ਇੱਥੇ ਪ੍ਰੈਜ਼ੈਂਟ ਹਾਂ, ਤਾਂ ਕਿ ਉਹਦਾ ਜੋ ਵੀ ਐਨਰੋਲਮੈਂਟ ਹੈ ਉਹ ਸਟਾਰਟ ਕੀਤੀ ਜਾਵੇ। ਹੁਣ ਇਸ ਵਕਤ ਲੋਕਡਾਊਨ ਹੈ ਤਾਂ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੈ ਉੱਥੇ ਥੋੜ੍ਹੀਆਂ ਜਿਹੀਆਂ ਨਜ਼ਰ ਤੁਹਾਨੂੰ ਅਲੱਗ ਤਰੀਕੇ ਨਾਲ ਆਉਣਗੀਆਂ। ਥੋੜ੍ਹੀ ਜਿਹੀ ਸਟ੍ਰਿਕਟਨੈਸ ਮੇਨਟੇਨ ਹੁੰਦੀ ਹੈ, ਲਾਈਕ ਸੋਸ਼ਲ ਡਿਸਟੈਂਸਿੰਗ, ਯੂਜ਼ ਆਫ ਮਾਸਕਸ, ਯੂਜ਼ ਆਫ ਸੈਨੀਟਾਈਜੇਸ਼ਨ ਆਫ ਹੈਂਡਸ ਐਂਡ ਇਹ ਸਾਰੀਆਂ ਚੀਜ਼ਾਂ। ਤਾਂ ਜਿਵੇਂ ਤੁਸੀਂ ਬਿਲਡਿੰਗ ਦੇ ਵਿੱਚ ਐਂਟਰ ਕਰਦੇ ਹੋ ਤਾਂ ਪਹਿਲੀ ਚੀਜ਼ ਤੁਹਾਨੂੰ ਜੋ ਨਜ਼ਰ ਆਉਂਦੀ ਹੈ ਦੈਟ ਇਜ਼ ਦਾ ਹੈਲਪ ਡੈਸਕ। ਤੁਸੀਂ ਇੱਥੋਂ ਦੇਖ ਸਕਦੇ ਹਾਂ, ਆਪਾਂ ਹੁਣੇ ਇਸ ਗੇਟ ਦੇ ਵਿੱਚੋਂ ਅੰਦਰ ਐਂਟਰ ਹੋਏ ਹਾਂ। ਥੋੜ੍ਹੀ ਦੇਰ ਪਹਿਲਾਂ ਆਪਾਂ ਬਾਹਰ ਖੜ੍ਹੇ ਸੀ। ਇਸ ਗੇਟ ਦੇ ਵਿੱਚ ਐਂਟਰ ਹੁੰਦੇ ਲੈਫਟ ਸਾਈਡ 'ਤੇ ਕੁਝ ਕੰਪਿਊਟਰਸ ਲੱਗੇ ਹੈ। ਅਗਰ ਤੁਸੀਂ ਆਪਣਾ ਕੁਛ ਵੀ ਬਰਾਊਜ਼ ਕਰਨਾ, ਕੁਛ ਚੈੱਕ ਕਰਨਾ ਚਾਹੁੰਦੇ ਹੋ, ਉਸ ਕੰਪਿਊਟਰਸ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ। ਰਾਈਟ ਸਾਈਡ 'ਤੇ ਵਿਊ ਹੈ ਥੋੜ੍ਹਾ ਜਿਹਾ ਕੋਨਸਟੋਗਾ ਕਾਲਜ ਦਾ, ਐਂਡ ਯੂ ਵਿਲ ਡਾਇਰੈਕਟਲੀ ਲੈਂਡ ਓਵਰ ਹੇਅਰ। ਹੈਲਪ ਡੈਸਕ ਦੇ ਉੱਤੇ ਤੁਸੀਂ ਆਓਗੇ। ਹੈਲਪ ਡੈਸਕ ਦੇ ਉੱਤੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲ ਸਕਦੀ ਹੈ। ਜਨਰਲੀ ਤੁਸੀਂ ਇੱਥੇ ਆ ਕੇ ਇਹੀ ਦੱਸਣਾ ਕਿ ਅਸੀਂ ਨਵੇਂ ਸਟੂਡੈਂਟ ਹਾਂ ਜੀ, ਤਾਂ ਅਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹਾਂ। ਉਸ ਗੇਟ ਤੋਂ ਬਾਅਦ ਐਂਟਰ ਹੋ ਕੇ ਤੁਹਾਡੇ ਕੋਲ ਪਿੱਛੇ ਇਹ ਜਿਹੜਾ ਏਰੀਆ ਨਜ਼ਰ ਆ ਰਿਹਾ, ਇਹ ਟੋਟਲ ਵੈਲਕਮ ਸੈਂਟਰ ਦਾ ਏਰੀਆ ਜੀ। ਇਹਦੇ ਵਿੱਚ ਅਲੱਗ-ਅਲੱਗ ਆਫਿਸਿਸ ਹੈ, ਅਲੱਗ-ਅਲੱਗ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਜਿਵੇਂ ਕਿ ਸਟੂਡੈਂਟ ਦੀਆਂ ਫਾਈਨੈਂਸ਼ੀਅਲ ਸਰਵਿਸਿਜ਼, ਰਜਿਸਟਰਾਰ ਦਾ ਆਫਿਸ ਵੀ ਇੱਥੇ ਇਸੇ ਬਿਲਡਿੰਗ ਦੇ ਅੰਦਰ ਹੀ ਹੈ, ਐਂਡ ਕਰੀਅਰ ਸੈਂਟਰ ਵੀ ਇਸੇ ਬਿਲਡਿੰਗ ਦੇ ਅੰਦਰ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ। ਸੋ ਯੂ ਕੈਨ ਹੈਵ ਅ ਵਿਊ। ਇੱਥੇ ਕਾਫੀ ਟੇਬਲ ਲੱਗੇ ਆ। ਦਿਸ ਇਜ਼ ਦ ਵੇਟਿੰਗ ਏਰੀਆ 103 ਐਂਡ 104 ਇਜ਼ ਦ ਮੀਟਿੰਗ ਏਰੀਆ। ਅਗਰ ਤੁਸੀਂ ਕੁਝ ਡਿਸਕਸ਼ਨ ਕਰਨਾ ਚਾਹੁੰਦੇ ਹੋ ਕਾਲਜ ਅਥਾਰਟੀਜ਼ ਨਾਲ, ਯੂ ਹੈਵ ਟੂ ਟੇਕ ਐਨ ਅਪੋਇੰਟਮੈਂਟ ਐਂਡ ਡੈਫੀਨੇਟਲੀ ਯੂ ਕੈਨ ਵੇਟ ਓਵਰ ਹੇਅਰ। ਸੋ ਵੀ ਹੈਵ ਸਮ ਅਦਰ ਥਿੰਗ। ਇਹ ਜਿਹੜਾ ਏਰੀਆ ਨੂੰ ਕਰੀਅਰ ਸੈਂਟਰ ਕਹਿੰਦੇ ਆ। ਇੱਥੇ ਤੁਸੀਂ ਆਪਣੇ ਕਰੀਅਰ ਦੀ ਨੌਲੇਜ ਲੈ ਸਕਦੇ ਹੋ ਇਨ ਕੇਸ ਯੂ ਹੈਵ ਨਾਟ ਆਪਟਡ ਫੋਰ ਅ ਕੋਰਸ ਔਰ ਪ੍ਰੋਗਰਾਮ। ਤੁਸੀਂ ਨਵੇਂ ਸਟੂਡੈਂਟ ਹੋ, ਵਿਜ਼ਿਟ ਕੀਤਾ, ਵੈਸੇ ਹੀ ਕਾਲਜ ਆਏ ਹੋ, ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਲਈ ਕਿਹੜਾ ਬੈਸਟ ਸੂਟਡ ਪ੍ਰੋਗਰਾਮ ਹੈ, ਕੀ ਉਹਦੀਆਂ ਡਿਟੇਲਸ ਹੈ, ਡਿਊਰੇਸ਼ਨ ਕਿੰਨੀ ਹੈ, ਫੀਸ ਸਟਰਕਚਰ ਕਿੱਦਾਂ, ਉਹ ਤੁਸੀਂ ਇੱਥੋਂ ਪਤਾ ਕਰ ਸਕਦੇ ਹੋ। ਨੈਕਸਟ ਇਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਲੈਫਟ ਸਾਈਡ ਤੋਂ, ਇੱਥੋਂ ਮੈਂ ਦਿਖਾ ਦਿੰਦਾ ਤੁਹਾਨੂੰ। ਆਪਾਂ ਇੱਧਰ ਵਾਲੀ ਸਾਈਡ ਤੋਂ ਆਏ ਹਾਂ, and after entering this building we will have to move to the international office. definitely ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਤੁਸੀਂ ਇੰਟਰਨੈਸ਼ਨਲ ਆਫਿਸ ਦੇ ਵਿੱਚ ਜਾਓਗੇ। ਹੈਲਪ ਡੈਸਕ ਤੋਂ ਤੁਸੀਂ ਆਪਣਾ ਜੋ ਵੀ ਸਟੂਡੈਂਟ ਰਜਿਸਟ੍ਰੇਸ਼ਨ ਨੰਬਰ ਹੈ ਜਾਂ ਜੋ ਆਈ ਡੀ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ ਉਹ ਤੁਸੀਂ ਉਹਨਾਂ ਨੂੰ ਸ਼ੋਅ ਕਰਨੀ ਹੈ, ਤਾਂ ਕਿ ਤੁਹਾਡਾ ਜਿਹੜਾ ਐਨਰੋਲਮੈਂਟ ਪ੍ਰੋਸੈਸ ਉਹ ਫਾਈਨਲਾਈਜ਼ ਹੋ ਜਾਏ। ਕੁਝ ਫੈਸਿਲਿਟੀਜ਼ ਕਈ ਵਾਰ ਕੋਨਸਟੋਗਾ ਕਾਲਜ ਆਫਰ ਕਰਦਾ, ਜਿਵੇਂ ਕਿ ਤੁਹਾਨੂੰ ਏਅਰਪੋਰਟ ਤੋਂ ਪਿਕ ਕਰਨਾ ਜਾਂ ਤੁਹਾਨੂੰ ਕਿਸੇ ਅੱਛੀ ਰੈਜ਼ੀਡੈਂਸ ਦੇ ਉੱਤੇ ਡਰੋਪ ਕਰਨਾ। ਅਗਰ ਤੁਸੀਂ ਇਹ ਚੀਜ਼ਾਂ ਤੁਹਾਨੂੰ ਆਪਟ ਕਰਦੇ ਹੋ ਨਾ, ਫੋਰ ਐਗਜ਼ਾਮਪਲ ਤੁਸੀਂ ਹੈਲਥ ਇੰਸ਼ੋਰੈਂਸ ਵਗੈਰਾ ਲੈਣੀ ਹੈ, ਫਿਰ ਵੀ ਤੁਸੀਂ ਇਸੇ ਆਫਿਸ ਦੇ ਵਿੱਚ ਹੀ contact ਕਰਨਾ ਹੈ। ਸੋ ਦੈਟ ਇਜ਼ ਯੋਰ ਇੰਟਰਨੈਸ਼ਨਲ ਆਫਿਸ ਐਂਡ ਦਿਸ ਇਜ਼ ਦ ਰਿਸੈਪਸ਼ਨ।
ਐਂਡ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਨੈਕਸਟ ਜੋ ਹੈ ਸਟੂਡੈਂਟ ਲਾਈਫ ਸੈਂਟਰ। ਤਾਂ ਇਹਦੇ ਵਿੱਚ ਇੱਕ ਤਾਂ ਡਾਕਟਰ ਦਾ ਹੈ, ਪ੍ਰੋਫੈਸ਼ਨਲ ਡਾਕਟਰ ਅਵੇਲੇਬਲ ਹੋ ਜਾਏਗਾ ਤੁਹਾਡੇ ਕੋਲੇ। IT ਸਪੋਰਟ ਹੋਗੀ, ਇਨਫੋਰਮੇਸ਼ਨ ਟੈਕਨੋਲੋਜੀ ਯਾਨੀ ਕਿ ਡਿਵਾਈਸਿਸ ਦੇ ਰਿਗਾਰਡਿੰਗ ਤੁਸੀਂ ਆਪਣਾ ਕੋਈ ਲੌਗਇਨ ਕਰਨਾ, ਯੂਜ਼ਰ ਨੇ ਪਾਸਵਰਡ ਵਟਐਵਰ, ਉਹ ਸਾਰੀਆਂ ਸਰਵਿਸਿਜ਼ ਇੱਥੇ। ਕਰੀਅਰ ਐਡਵਾਈਜ਼ਿੰਗ ਵੀ ਇੱਥੇ ਤੁਹਾਨੂੰ ਮਿਲ ਜਾਏਗੀ। ਐਂਡ ਥੋੜ੍ਹੀਆਂ ਜਿਹੀਆਂ ਹੋਰ ਚੀਜ਼ਾਂ ਵੀ, ਜਿਵੇਂ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਕਿਹੜੇ ਕਿਹੜੇ ਲਰਨਿੰਗ ਰਿਸੋਰਸਿਸ ਹੈ ਜਿਨ੍ਹਾਂ ਨੂੰ ਮੈਂ ਐਕਸੈਸ ਕਰ ਸਕਦਾ ਐਜ਼ ਅ ਸਟੂਡੈਂਟ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਸਟੂਡੈਂਟ ਲਾਈਫ ਸੈਂਟਰ ਦੇ ਵਿੱਚ ਮਿਲ ਜਾਏਗੀ। ਸੋ ਦਿਸ ਇਜ਼ ਦ ਇਨਫੋਰਮੇਸ਼ਨ ਡੈਸਕ। ਇੱਥੇ ਤੁਸੀਂ ਆ ਕੇ ਇੱਥੇ ਗੱਲ ਕਰਨੀ ਹੈ। ਦਿਸ ਇਜ਼ ਔਨ ਦ ਫਰਸਟ ਫਲੋਰ। ਤਾਂ ਜਿੱਦਾਂ ਜਿੱਦਾਂ ਤੁਸੀਂ ਫਲੋਰਸ ਦੇ ਉੱਤੇ ਆਉਂਦੇ ਜਾਂਦੇ ਰਹੋਗੇ ਤੁਹਾਨੂੰ ਸਾਰਾ ਐਕਸਪਲੇਨ ਕਰਾਂਗੇ। ਇਸ ਤੋਂ ਬਾਅਦ ਅੱਗੇ ਇੱਕ ਜਗ੍ਹਾ ਤੁਹਾਨੂੰ ਮੈਪ ਵੀ ਇੰਟਰੋਡਿਊਸ ਕਰਾਊਂਗਾ ਜਿਹਦੇ ਵਿੱਚ ਟੋਟਲ ਕੈਂਪਸ ਦੇ ਬਾਰੇ ਸਾਰਾ ਕੁਝ ਦਿਖਾਇਆ ਜਾਏਗਾ। ਸੋ ਜਿਹੜੀ ਸਾਹਮਣੇ ਤੁਹਾਨੂੰ ਜਗ੍ਹਾ ਨਜ਼ਰ ਆ ਰਹੀ ਹੈ ਦੈਟ ਇਜ਼ ਦਾ ਲਰਨਿੰਗ ਕਾਮਨਸ। ਤੁਸੀਂ ਆਪਣੇ ਕੋਈ ਸਟੱਡੀ ਦੇ ਸਕਿੱਲਸ ਇੰਪਰੂਵ ਕਰਨੇ, ਜਿਵੇਂ ਇੱਕ ਤਰ੍ਹਾਂ ਦਾ ਆਪਾਂ ਕਹਿ ਦਿੰਦੇ ਹਾਂ ਲਾਇਬ੍ਰੇਰੀ ਆ ਉਹ। ਇਟਸ ਅ ਕਾਈਂਡ ਆਫ ਓਪਨ ਲਾਇਬ੍ਰੇਰੀ। ਤੁਸੀਂ ਉੱਥੇ ਆ ਸਕਦੇ ਹੋ ਆਪਣੇ ਕੁਛ ਸਕਿੱਲਸ ਇੰਪਰੂਵ ਕਰਨ ਲਈ, ਕੁਛ ਐਕਟੀਵਿਟੀਜ਼, ਕੁਛ ਟਿਊਟੋਰੀਅਲਸ ਫੋਲੋ ਕਰ ਸਕਦੇ ਹੋ, ਤੁਸੀਂ ਕੁਛ ਵੀ ਚੀਜ਼ਾਂ ਇਹ ਕਰ ਸਕਦੇ ਹੋ। ਸੋ ਦੈਟ ਇਜ਼ ਓਪਨ ਟੂ ਓਨਲੀ ਦ ਸਟੂਡੈਂਟਸ ਆਫ ਦ ਕਾਲਜ। ਨੈਕਸਟ ਹੈ ਸਟੂਡੈਂਟ ਇੰਗੇਜਮੈਂਟ। ਸਟੂਡੈਂਟ ਇੰਗੇਜਮੈਂਟ ਦੇ ਵਿੱਚ ਇੰਸ਼ੋਰ ਕੀਤਾ ਜਾਂਦਾ ਕਿ ਜਿਹੜੇ ਵੀ ਸਟੂਡੈਂਟ ਆ ਰਹੇ ਆ ਉਹਨਾਂ ਨੂੰ ਕੋਨੈਸਟੋਗਾ ਕਾਲਜ ਦਾ ਸਿਸਟਮ ਪਤਾ ਲੱਗ ਜੇ, ਕਿੱਦਾਂ ਉਹਨਾਂ ਨੇ ਉਹਨਾਂ ਦਾ ਪੈਨਲ ਯੂਜ਼ ਕਰਨਾ ਹੈ, ਕਿੱਦਾਂ ਉਹਨਾਂ ਦੀਆਂ ਫੈਸਿਲਿਟੀਜ਼ ਯੂਜ਼ ਕਰਨੀਆਂ, ਕੁਛ ਕੰਮ ਹੈ ਤਾਂ ਕਿੱਥੇ ਹੈ, ਕਿਵੇਂ ਕਰਨਾ। ਸੋ ਦਿਸ ਇਜ਼ ਦ ਵੇ ਇਨਸਾਈਡ ਦ ਬਿਲਡਿੰਗ। ਇਸ ਤੋਂ ਬਾਅਦ ਆਪਣੇ ਕੋਲ ਇੱਕ ਇੱਥੇ ਛੋਟਾ ਜਿਹਾ ਟਿਮ ਹਾਰਟਨਸ ਦਾ ਕੈਫੇਟੇਰੀਆ ਹੈ ਅਵੇਲੇਬਲ। ਇਫ ਯੂ ਵਾਂਟ ਟੂ ਹੈਵ ਅ ਕੌਫੀ ਔਰ ਸਮਥਿੰਗ ਲਾਈਕ ਦੈਟ ਤਾਂ ਡੈਫੀਨੇਟਲੀ ਯੂ ਕੈਨ ਵਿਜ਼ਿਟ ਓਵਰ ਹੈ। ਛੋਟੀ ਜਿਹੀ ਕੰਟੀਨ ਦੀ ਤਰ੍ਹਾਂ ਹੀ ਹੈ। ਐਂਡ ਫਰਦਰ ਆਪਾਂ ਮੂਵ ਕਰਦੇ ਹਾਂ, ਨੀਚੇ ਆ ਜਾਂਦੇ ਇਸ ਬਿਲਡਿੰਗ ਦੇ ਗਰਾਊਂਡ ਫਲੋਰ 'ਤੇ। ਆਪਾਂ ਪਹਿਲਾਂ ਹੁਣੇ ਉੱਪਰ ਫਸਟ ਫਲੋਰ 'ਤੇ ਸੀਗੇ। ਤਾਂ ਇੱਥੇ ਤੁਸੀਂ ਦੇਖ ਰਹੇ ਹੋ ਦਿਸ ਇਜ਼ ਦਾ ਓਪਨ ਏਅਰ ਥੀਏਟਰ। ਤਾਂ ਇਹਨੂੰ ਲੋਅਰ ਐਟਰੀਅਮ ਵੀ ਕਹਿੰਦੇ ਆ। ਤਾਂ ਇੱਥੇ ਕੀ ਹੈ ਦੇਖੋ, ਸਾਰੇ ਸਟੂਡੈਂਟਸ ਬੈਠ ਸਕਦੇ ਆ, ਦੇ ਕੈਨ ਸਪੈਂਡ ਦੇਅਰ ਟਾਈਮ ਐਂਡ ਆਫ ਕੋਰਸ ਦੇ ਹੈਵ ਸਮ ਮਿਊਜ਼ਿਕ ਸਿਸਟਮ ਇੰਸਟਾਲ। ਦਿਸ ਇਜ਼ ਦ ਪਬਲਿਕ ਐਡਰੈਸਿੰਗ ਸਿਸਟਮ। ਅਤੇ ਇੱਥੇ ਤੁਸੀਂ ਆ ਕੇ ਕੁਛ ਵੀ ਕੰਮ ਕਰ ਸਕਦੇ ਹੋ। ਇਫ ਯੂ ਆਰ ਫਰੀ ਯੂ ਕੈਨ ਜਸਟ ਸਿਟ ਡਾਊਨ। ਤਾਂ ਕੁਛ ਜਿਵੇਂ ਆਪਾਂ ਕਹਿੰਦੇ ਇੱਕ ਸਟੂਡੈਂਟ ਕਾਰਨਰ ਬਣਾਇਆ ਹੋਇਆ ਜੀ, ਇਹ ਉਹ ਚੀਜ਼ ਹੈ। ਆਫਟਰ ਦੈਟ ਵੀ ਹੈਵ ਅ ਡੂਨ ਫਾਰਮੇਸੀ। ਤਾਂ ਫਾਰਮੇਸੀ ਦੇ ਵਿੱਚ ਮੈਡੀਕਲ ਯੂਨਿਟ ਇੱਥੋਂ ਸਟਾਰਟ ਹੋ ਜਾਂਦਾ। ਤਾਂ ਫਾਰਮੇਸੀ ਦੇ ਸਟੂਡੈਂਟਸ ਇੱਧਰ ਨੂੰ ਚਲੇ ਜਾਣਗੇ ਜੀ, ਉਹਨਾਂ ਦਾ ਅੱਗੇ ਸਿਸਟਮ ਬਣਿਆ ਹੋਇਆ ਸਾਰਾ। ਅਗਾਈਨ ਦੇ ਹੈਵ ਸਮ, ਅਗਰ ਉਹਨਾਂ ਨੂੰ ਕੋਈ ਮੈਡੀਕਲ ਇਸ਼ੂ ਹੈ ਤਾਂ ਦੇ ਕੈਨ ਰਿਪੋਰਟ ਓਵਰ ਹੇਅਰ। ਕੁਛ ਦਵਾਈਆਂ ਲੈਣੀਆਂ, ਅਗੇਨ ਦੇ ਕੈਨ ਕੌਂਟੈਕਟ ਓਵਰ ਹੇਅਰ। ਕਾਉਂਸਲਿੰਗ ਸਰਵਿਸਿਜ਼, ਫਿਰ ਇੱਥੇ ਵੀ ਅਲੱਗ ਤੋਂ ਕਾਉਂਸਲਿੰਗ ਸਰਵਿਸਿਜ਼ ਹੈ। ਦੈਨ ਵੀ ਹੈਵ ਐਬੋਰੀਜਨਲ ਸਰਵਿਸਿਜ਼ ਸੈਂਟਰ। ਤਾਂ ਇੱਥੇ ਕੀ ਹੈ, ਕਲਚਰਲ ਅਵੇਅਰਨੈਸ ਨੂੰ ਪ੍ਰਮੋਟ ਕੀਤਾ ਜਾਂਦਾ। ਸੋ ਡੈਫੀਨੇਟਲੀ ਵੈਨ ਯੂ ਵਿਲ ਕਮ ਟੂ ਕੈਨੇਡਾ, ਦ ਕਲਚਰ ਐਂਡ ਪੀਪਲ ਐਂਡ ਦ ਐਕਟੀਵਿਟੀਜ਼ ਔਰ ਇਵੈਂਟਸ ਆਰ ਟੋਟਲੀ ਨਿਊ। ਤਾਂ ਉੱਥੇ ਤੁਸੀਂ ਬਹੁਤ ਕੁਝ ਸਿੱਖਣਾ। ਤਾਂ ਇੱਥੋਂ ਤੁਹਾਨੂੰ ਸਾਰੀ ਨੌਲੇਜ ਮਿਲ ਸਕਦੀ ਹੈ ਇਸ ਜਗ੍ਹਾ ਦੇ ਉੱਤੇ। ਐਂਡ ਦੈਨ ਵਿਲ ਮੂਵ ਟੂ ਡਾਈਨਿੰਗ ਸਰਵਿਸਿਜ਼। ਉੱਪਰ ਇੱਕ ਕੈਫੇਟੇਰੀਆ ਬਣਿਆ ਹੋਇਆ। ਇਸ ਕੈਫੇਟੇਰੀਆ ਦੇ ਵਿੱਚ ਤੁਸੀਂ ਬੈਠ ਕੇ ਆਰਾਮ ਨਾਲ ਆਪਣਾ ਖਾਣਾ ਖਾ ਸਕਦੇ ਹੋ। ਸੋ ਇਟਸ ਅ ਕਾਈਂਡ ਆਫ, ਜਿਵੇਂ ਆਪਾਂ ਇੰਡੀਅਨ ਸਿਸਟਮ ਦੇ ਵਿੱਚ ਕਹਿ ਦਿੰਦੇ ਹਾਂ ਕੈਂਟੀਨ ਹੈ। ਤਾਂ ਕੈਂਟੀਨ ਦੇ ਵਿੱਚ ਤੁਸੀਂ ਬੈਠੋ, ਵਟ ਐਵਰ ਯੂ ਕੈਨ ਪਲੇਸ ਐਨ ਆਰਡਰ ਐਂਡ ਜਸਟ ਵੇਟ ਫॉर योर ऑर्डर टू बी डिलीवर्ड। ਤਾਂ ਇੱਥੇ ਨਾਲ ਛੋਟਾ ਜਿਹਾ ਇੱਕ ਸਟੋਰ ਹੈ। ਇਫ ਯੂ ਵਾਂਟ ਟੂ ਰੀਅਲੀ ਗੋ ਐਂਡ ਹੈਵ ਥਿੰਗਸ ਯੋਰ ਸੈਲਫ, ਤੁਸੀਂ ਆਪਣੇ ਆਪ ਚੱਕਣਾ ਚਾਹੁੰਦੇ ਹੋ ਚੀਜ਼ਾਂ, ਉਹ ਤੁਸੀਂ ਯੂਜ਼ ਕਰ ਸਕਦੇ ਹੋ, ਹੈ ਨਾ। ਫੂਡਸ ਵਗੈਰਾ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਕਰ ਸਕਦੇ ਹੋ। ਅਦਰਵਾਈਜ਼ ਵੀ ਹੈਵ ਦਿਸ ਕੈਫੇਟੇਰੀਆ ਏਰੀਆ ਓਵਰ ਹੇਅਰ। ਤਾਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਲਰਨਿੰਗ ਕਾਮਨਸ ਦੇ ਅੰਦਰ ਆ ਗਏ। ਲਰਨਿੰਗ ਕਾਮਨਸ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਪਹਿਲਾਂ, ਉੱਧਰਲੀ ਸਾਈਡ ਤੋਂ ਦਿਖਾਇਆ ਸੀ ਆਪਾਂ, ਉਹ ਪਰਲੀ ਸਾਈਡ ਖੜ੍ਹੇ ਸੀਗੇ ਉਹਦੇ ਵਿੱਚ। ਸੋ ਦਿਸ ਇਜ਼ ਦ ਲਰਨਿੰਗ ਕਾਮਨਸ। ਇੱਥੋਂ ਗੇਟ ਤੋਂ ਐਂਟਰੀ ਹੋ ਜਾਂਦੀ ਹੈ। ਐਂਡ ਵਨਸ ਯੂ ਐਂਟਰ ਯੂ ਕੌਂਟੈਕਟ ਓਵਰ ਹੇਅਰ। ਇੱਥੇ ਅਗਰ ਤੁਹਾਡੇ ਕੋਲ ਕੋਈ ਹੈਲਪ ਡੈਸਕ 'ਤੇ ਹੈ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ। ਅਗਰ ਨਹੀਂ ਹੈ ਤਾਂ ਦੈਨ ਯੂ ਕੈਨ ਸਟਰੇਟ ਅਵੇ ਵਾਕ ਇਨ ਸਾਈਡ। ਸੋ ਦੇਰ ਇਜ਼ ਨੋ ਇਸ਼ੂ। ਜਨਰਲੀ ਇੱਥੇ ਸਾਰੇ ਸਟੂਡੈਂਟਸ ਹੀ ਆਉਂਦੇ ਆ। ਐਂਡ ਯੂ ਕੈਨ ਫੋਰ ਐਗਜ਼ਾਮਪਲ ਅਗਰ ਤੁਸੀਂ ਆਪਣੇ ਇੰਸਟਰਕਟਰ ਨੂੰ ਮਿਲਣਾ, ਸੋ ਯੂ ਕੈਨ ਟੇਕ ਐਨ ਅਪੋਇੰਟਮੈਂਟ। ਇੱਥੇ ਲਰਨਿੰਗ ਕਾਮਨਸ ਦੇ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਅਤੇ ਕੁਛ ਵੀ ਸਮਝਣਾ ਹੈ ਨਾ, ਕੁਛ ਐਕਟੀਵਿਟੀਜ਼, ਮੈਥਸ, ਇਹ ਉਹ ਟੋਪਿਕ, ਇਹ ਏਰੀਆ ਇਸੇ ਲਈ ਰੱਖਿਆ ਹੋਇਆ ਇਹਨਾਂ ਨੇ। ਸੋ ਆਫਟਰ ਦੈਟ ਵਿਲ ਕਮ ਟੂ ਦ ਵੈਨਿਊ। ਇਸ ਪਾਰਟ ਦੇ ਵਿੱਚ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਕਿ ਥੀਏਟਰ ਨਾਲ ਰਿਲੇਟਿਡ ਹੈ, ਕੁਛ ਐਂਟਰਟੇਨਮੈਂਟ ਦੇ ਨਾਲ। ਤਾਂ ਜੇ ਕੋਈ ਸਟੂਡੈਂਟਸ ਹੈਗੇ ਹੈ ਐਂਟਰਟੇਨਮੈਂਟ ਜਾਂ ਕੁਛ ਪ੍ਰੋਗਰਾਮਸ ਵਾਲੇ ਜਾਂ ਈਵੈਂਟ ਵਾਲੇ ਕੋਰਸਿਸ ਦੇ ਵਿੱਚ, ਤਾਂ ਉਹਨਾਂ ਦਾ ਇਸ ਰੀਜਨ ਦੇ ਵਿੱਚ ਕਾਫੀ ਆਉਣਾ ਜਾਣਾ ਹੋ ਸਕਦਾ। ਸੋ ਦੇ ਕੈਨ ਹੈਵ ਦੇਅਰ ਪ੍ਰੈਕਟਿਸ। ਤਾਂ ਸਟੂਡੈਂਟ ਲਈ ਐਂਟਰਟੇਨਮੈਂਟ ਸਪੇਸ ਵੀ ਹੈ। ਦੇ ਕੈਨ
have any kind of item or any kind of interaction sessions over here. Live music ਹੁੰਦਾ ਜੀ Thursday ਨੂੰ, ਕੋਈ ਵੀ ਸਟੂਡੈਂਟ ਬਹੁਤ ਇੰਟਰਸਟਿਡ ਹੈ, ਡੈਫੀਨਿਟਲੀ ਹੀ ਔਰ ਸ਼ੀ ਕੈਨ ਕਮ ਓਵਰ ਹੇਅਰ ਐਂਡ ਪਰਫੋਰਮ। ਤਾਂ ਹਰ ਸਟੂਡੈਂਟ ਨੂੰ ਇੱਕ ਚਾਂਸ ਦਿੱਤਾ ਜਾਂਦਾ ਕਿ ਉਹ ਆਪਣੇ ਸਕਿੱਲਸ ਨੂੰ ਐਨਹਾਂਸ ਕਰੇ। ਅਗਰ ਉਹਦੇ ਵਿੱਚ ਕੋਈ ਵੀ ਟੈਲੈਂਟ ਹੈ ਤਾਂ ਉਹ ਆਪਣੇ ਟੈਲੈਂਟ ਨੂੰ ਇੰਪਰੂਵ ਕਰੇ। ਸੋ ਦਿਸ ਇਜ਼ ਦ ਵਨ ਆਫ ਬੈਸਟ ਥਿੰਗ ਅਬਾਊਟ ਕੋਨੈਸਟੋਗਾ ਕਾਲਜ, ਕਿ ਤੁਹਾਨੂੰ ਇਹੀ ਦੱਸਿਆ ਜਾਂਦਾ ਕਿ ਤੁਸੀਂ ਆਪਣੇ ਸਕਿੱਲਸ ਨੂੰ ਇੰਕਰੀਜ਼ ਕਰਨਾ, ਗਰੋ ਕਰਨਾ। ਸੋ ਦੈਟ ਇਜ਼ ਦ ਬੈਸਟ ਪਲੇਸ। ਸਭ ਤੋਂ ਪਹਿਲਾਂ ਤੁਸੀਂ ਆਪਣੇ ਫਰੈਂਡਸ ਯਾਨੀ ਕਿ ਆਪਣੇ ਕਾਲਜ ਦੇ ਸਟੂਡੈਂਟਸ ਜੋ ਐਗਜ਼ਿਸਟਿੰਗ ਸਟੂਡੈਂਟਸ ਹੈ ਉਹਨਾਂ ਦੇ ਨਾਲ ਰਹਿ ਕੇ ਤੁਸੀਂ ਆਪਣਾ ਉਹਨਾਂ ਨੂੰ ਦੱਸ ਸਕਦੇ ਹੋ, ਆਪਣੇ ਸਕਿੱਲਸ ਸ਼ੋਅ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪਣਾ ਲਾਂਚ ਹੋ ਸਕਦੇ ਹੋ ਲਾਈਕ। ਸੋ ਦਿਸ ਇਜ਼ ਦ ਹੈਂਗ ਆਊਟ ਸਪੇਸ, ਡੈਫੀਨੇਟਲੀ ਯੂ ਕੈਨ ਸਿਟ ਓਵਰ ਹੇਅਰ, ਮਿਊਜ਼ਿਕ ਇੰਜੋਏ ਕਰੋ, ਦੈਟਸ ਇਟ, ਇਟਸ ਫ੍ਰੀ ਆਫ ਕਾਸਟ। ਉੱਪਰ ਡੈਨ ਬਣੀ ਹੋਈ ਹੈ ਜੀ, ਡੈਨ ਦੇ ਵਿੱਚ ਕੰਪਿਊਟਰ ਗੇਮਸ ਹੈਗੀਆਂ, TV ਦੇਖ ਸਕਦੇ ਹੋ ਤੁਸੀਂ, ਕੁਛ ਖੇਲਣਾ ਚਾਹੁੰਦੇ ਹੋ ਉੱਦਾਂ ਦੀਆਂ ਚੀਜ਼ਾਂ ਹੈ ਉਹ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਦਿਸ ਇਜ਼ ਦ ਡੈਨ। ਆਪਾਂ ਫਸਟ ਫਲੋਰ ਦੇ ਉੱਤੇ ਫੇਰ ਆ ਗਏ ਹਾਂ, ਤਾਂ ਯੂ ਕੈਨ ਸੀ ਦੈਟ ਇਹਦੇ 'ਚ ਵੀਡੀਓ ਗੇਮਰਸ ਲਈ ਇਹ ਪੈਰਾਡਾਈਸ ਹੈ ਨਾ। ਵੀ ਹੈਵ ਫੁਕੀਬਾਲ ਗੇਮ ਇੰਸਟਾਲਡ ਓਵਰ ਹੇਅਰ, ਇੱਥੇ ਵੀਡੀਓ ਗੇਮ ਲੱਗੀ ਹੋਏ। ਦਿਸ ਇਜ਼ ਜਸਟ ਵਨ ਆਫ ਦ ਚਿਲਿੰਗ ਸੈਂਟਰ, ਥੋੜ੍ਹਾ ਬਹੁਤ ਹਲਕਾ ਫੁਲਕਾ ਇੰਜੋਏ ਕਰ ਲਿਆ, ਥੋੜ੍ਹੀਆਂ ਬਹੁਤ ਗੇਮਸ ਖੇਡ ਲਈਆਂ। ਐਂਡ ਯੂ ਕੈਨ ਹੈਵ ਯੋਰ ਲੈਪਟਾਪਸ, ਇੱਥੇ ਲੈਪਟਾਪਸ ਵਗੈਰਾ ਰੱਖ ਕੇ ਯੂ ਕੈਨ ਐਨੀ ਕਾਈਂਡ ਆਫ ਗੇਮ ਕੁਛ ਮਰਜ਼ੀ ਖੇਡ ਲਓ, PUBG ਵਟ ਐਵਰ। ਸੋ ਦਿਸ ਇਜ਼ ਦ ਗੇਮਰ ਸਟੇਸ਼ਨ ਅਵੇਲੇਬਲ। ਤੁਸੀਂ ਨੈਟਫਲਿਕਸ TV ਵਗੈਰਾ ਤੁਸੀਂ ਕੁਛ ਦੇਖਣਾ ਚਾਹੁੰਦੇ ਹੋ ਉਹ ਵੀ ਇਸੇ ਦੇ ਉੱਤੇ ਹੀ ਅਵੇਲੇਬਲ ਹੈ। ਐਂਡ ਡੈਫੀਨੇਟਲੀ ਤੁਹਾਡੇ ਕੋਲ ਫ੍ਰੀ ਟਾਈਮ ਹੋਣਾ ਚਾਹੀਦਾ। ਇਟ ਸ਼ੁੱਡ ਨਾਟ ਬੀ ਤੁਸੀਂ ਆਪਣਾ ਲੈਕਚਰ ਮਿਸ ਕਰਕੇ ਜਾਂ ਉਹ ਚੀਜ਼ਾਂ ਕਰਕੇ ਨਹੀਂ ਆ ਸਕਦੇ, ਬਟ ਇਫ ਯੂ ਆਰ ਹੈਵਿੰਗ ਸਮ ਫ੍ਰੀ ਟਾਈਮ ਦੈਨ ਯੂ ਕੈਨ ਕਮ ਓਵਰ ਹੇਅਰ। ਸੋ ਦਿਸ ਇਜ਼ ਦ ਕੈਂਪਸ ਬੁੱਕ ਸਟੋਰ। ਕੈਂਪਸ ਬੁੱਕ ਸਟੋਰ ਦੇ ਨਾਲ ਐਕਸੈਸਰੀਜ਼ ਵੀ ਹੈ, ਇਲੈਕਟ੍ਰੋਨਿਕਸ ਮਿਲ ਜਾਣਗੇ ਤੁਹਾਨੂੰ, ਵਾਟਰ ਬੋਟਲਸ, ਫੂਡ ਆਈਟਮਸ, ਇੱਦਾਂ ਦੀਆਂ ਚੀਜ਼ਾਂ ਹੈ ਨਾ, ਕੁਛ ਕੱਪੜੇ ਵੀ ਹੈ। ਆਫ ਕੋਰਸ ਬੁੱਕਸ ਘੱਟ ਨੇ ਕੱਪੜੇ ਜ਼ਿਆਦਾ ਨੇ, ਤਾਂ ਪਰ ਇਹਨੂੰ ਕਹਿੰਦੇ ਬੁੱਕ ਸਟੋਰ ਹੀ ਹੈ ਜੀ। ਐਂਡ ਮੈਜੋਰਿਟੀ ਵੈਸੇ ਅੱਜ ਕੱਲ੍ਹ ਬੁੱਕਸ ਹੁਣ ਔਨਲਾਈਨ ਹੋਣ ਕਰਕੇ ਇਹ ਈ ਬੁੱਕਸ ਹੀ ਸਟੂਡੈਂਟ ਨੂੰ ਐਕਸੈਸ ਦਿੰਦੇ। ਸੋ ਬਟ ਸਟਿਲ ਯੂ ਕੈਨ ਹੈਵ ਸਮ ਗੁਡੀਜ਼ ਓਵਰ ਹੇਅਰ। ਸੋ ਦਿਸ ਇਜ਼ ਯੋਰ ਓਪਨ ਐਕਸੈਸ ਕੰਪਿਊਟਰ ਲੈਬ। ਇਹ ਜਨਰਲੀ ਤੁਹਾਡੀ ਕਲਾਸਰੂਮ ਦਾ ਇੱਕ ਵਿਊ ਹੈ। ਅਗਰ ਤੁਸੀਂ ਆਪਣੀ ਕਲਾਸਰੂਮ ਦੇਖੋਗੇ ਤਾਂ ਕੋਨੈਸਟੋਗਾ ਕਾਲਜ ਦੀ ਇਹ ਇੱਕ ਟਿਪੀਕਲ ਕਲਾਸਰੂਮ ਹੈ, ਜਿਹਦੇ ਵਿੱਚ ਇੱਥੋਂ ਤੁਹਾਡੀ ਐਂਟਰੀ ਹੋਏਗੀ। ਵੰਸ ਯੂ ਕਮ ਇਨ ਸਾਈਡ, ਦਿਸ ਇਜ਼ ਦ ਵਾਈਟ ਬੋਰਡ, ਇਹਦੇ ਉੱਤੇ ਇੱਕ ਪ੍ਰੋਜੈਕਟਰ ਲੱਗਿਆ ਹੋਇਆ। ਸੋ ਟੀਚਰ ਵਿਲ ਕਮ ਐਂਡ ਐਕਸਪਲੇਨ ਵਟ ਐਵਰ ਦ ਕੰਟੈਂਟ ਓਵਰ ਹੇਅਰ, ਹੈ ਨਾ। ਇਹ ਸਟੂਡੈਂਟ ਦੇ ਅਲੱਗ-ਅਲੱਗ ਕੰਪਿਊਟਰ ਸਟੇਸ਼ਨਸ ਬਣੇ ਹੋਏ, ਵੀ ਕਾਲ ਦੈਮ ਟਰਮੀਨਲਸ। ਇੱਥੇ ਸਟੂਡੈਂਟ ਆਉਣਗੇ, ਆਪਣਾ ਲੌਗਇਨ ਕਰ ਲੈਣਗੇ ਆਪਣਾ ਯੂਨੀਕ ID ਦੇ ਨਾਲ, ਐਂਡ ਦੇ ਕੈਨ ਹੈਵ ਐਕਸੈਸ ਟੂ ਇੰਟਰਨੈਟ ਔਰ ਵਟ ਐਵਰ। ਇੱਕ ਬੋਰਡ ਇੱਧਰ ਵੀ ਹੈ ਲੈਫਟ ਸਾਈਡ 'ਤੇ ਅਵੇਲੇਬਲ। ਅਗੇਨ ਵੀ ਹੈਵ ਅ ਪ੍ਰੋਜੈਕਟਰ, ਅਗਰ ਟੀਚਰ ਨੇ ਕੁਛ ਪ੍ਰਜੈਂਟ ਕਰਨਾ। ਸੋ ਦਿਸ ਇਜ਼ ਦ ਪਲੇਸ ਫॉर ਦ ਟੀਚਰ। ਇਹ ਜੋ ਤੁਹਾਨੂੰ ਨਜ਼ਰ ਆ ਰਿਹਾ ਕਾਰਨਰ ਦੇ ਵਿੱਚ ਇੱਕ ਸਕਰੀਨ ਲੱਗੀ ਹੈ। ਦ ਸਕਰੀਨ ਹੈਲਪਸ ਟੂ ਮੋਨੀਟਰ ਈਚ ਐਂਡ ਐਵਰੀ। ਟੀਚਰ ਤੁਹਾਡੇ ਹਰੇਕ ਸਟੂਡੈਂਟ ਦੀ ਸਕਰੀਨ ਨੂੰ ਐਕਸੈਸ ਕਰਕੇ ਦੇਖ ਸਕਦਾ ਵੀ ਤੁਸੀਂ ਕਿੱਦਾਂ ਕੀ ਕਰ ਰਹੇ ਹੋ। ਐਂਡ ਹੀ ਔਰ ਸ਼ੀ ਕੈਨ ਆਲਸੋ ਪ੍ਰੈਜੈਂਟ ਸਮਥਿੰਗ, ਜੋ ਉਹਨੇ ਤੁਹਾਨੂੰ ਕੁਛ ਪ੍ਰੈਜੈਂਟ ਕਰਨਾ। ਤਾਂ ਕਲਾਸਰੂਮਸ ਹੋ ਗਏ ਜਾਂ ਕੋਈ ਲੈਬਸ ਹੈ, ਮੈਜੋਰਿਟੀ ਸੇਮ ਸਟਰਕਚਰ ਹੀ ਹੈ, ਸਟੂਡੈਂਟਸ ਬੈਠਦੇ हैं ਸਾਰੇ, ਐਂਡ ਦੇ ਫੇਸ ਟੂਵਰਡਸ ਦਿਸ ਸਾਈਡ ਔਨ ਦ ਰਾਈਟ ਔਰ ਇਨ ਫਰੰਟ, ਇੱਧਰ ਲੈਫਟ 'ਤੇ। ਸੋ ਨੈਕਸਟ ਵੀ ਮੂਵ ਟੂ ਦ ਸਰਵਿਸ ਹੱਬ। ਸਰਵਿਸ ਹੱਬ ਦੇ ਵਿੱਚ ਤੁਹਾਨੂੰ ਕੁਛ ਸਰਵਿਸਿਜ਼ ਮਿਲਣਗੀਆਂ, ਜਿਵੇਂ ਕਿ ਤੁਸੀਂ ਪ੍ਰਿੰਟਿੰਗ ਕਰਵਾਉਣੀ ਹੈ, ਹੈ ਨਾ, ਕੁਛ 3D ਪ੍ਰਿੰਟਿੰਗ ਚਾਹੀਦੀ ਹੈ, ਜਾਂ ਐਨਵੈਲਪ ਚਾਹੀਦਾ ਤੁਹਾਨੂੰ, ਕੋਈ ਲੇਬਲ ਚਾਹੀਦਾ, ਲੈਮੀਨੇਸ਼ਨ ਕਰਵਾਉਣੀ ਹੈ, ਬਾਈਂਡਿੰਗ ਬੁਇੰਡਿੰਗ ਕਰਵਾਉਣੀ ਹੈ, ਬੁੱਕ ਬਾਈਂਡਿੰਗ ਦੀ, ਟਕ ਸ਼ਾਪ ਦੀ ਤਰ੍ਹਾਂ, ਹੈ ਨਾ। ਸੋ ਦਿਸ ਇਜ਼ ਅ ਸਮੋਲ ਪਲੇਸ। ਇੱਧਰ ਤਾਂ ਇੰਪਲੋਈਜ਼ ਹੀ ਜਾਣਗੇ ਡੈਫੀਨੇਟਲੀ, ਯੂ ਵਿਲ ਰਿਮੇਨ ਔਨ ਦਿਸ ਸਾਈਡ। ਤਾਂ ਇੱਥੇ ਤੁਸੀਂ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ। ਸੋ ਦੇਰ ਆਰ ਲੋਟ ਆਫ ਮਸ਼ੀਨਸ ਆ ਬਾਈਂਡਿੰਗ ਕਰਨ ਵਾਲੀਆਂ, ਸਪਾਇਰਲ ਬਾਈਂਡਿੰਗ ਦੀਆਂ ਮਸ਼ੀਨਾਂ ਪਈਆਂ, ਕੰਪਿਊਟਰਸ ਆ ਅਵੇਲੇਬਲ ਇਫ ਯੂ ਜਸਟ ਵਾਂਟ ਟੂ ਯੂਜ਼ ਸਮ ਆਫ ਦ ਇਨਫੋਰਮੇਸ਼ਨ। ਐਂਡ ਦਿਸ ਪਲੇਸ ਇਜ਼ ਵੈਰੀ ਨੀਟ ਐਂਡ ਕਲੀਨ। ਇੱਧਰ ਦੇਖੋ ਲੈਫਟ ਸਾਈਡ 'ਤੇ ਤੁਹਾਡੇ ਕੋਲ ਪ੍ਰੋਪਰ ਸਟੈਕਿੰਗ ਕੀਤੀ ਹੋਈ ਹੈ, ਹਰ ਚੀਜ਼ ਦੱਸੀ ਹੋਈ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ, ਯੂਜ਼ ਕਰ ਸਕਦੇ ਹੋ ਜੋ ਚੀਜ਼ਾਂ ਚਾਹੀਦੀਆਂ। ਵੀ ਹੈਵ ਅ ਵੈਬਸਾਈਟ ਓਵਰ ਹੇਅਰ, ਅ ਪਲੈਨਰ ਇਜ਼ ਡਿਸਪਲੇਡ। ਤਾਂ ਸਟੂਡੈਂਟ ਨੇ ਅਗਰ ਕੁਛ ਵੀ ਕੰਮ ਕਰਵਾਉਣਾ ਜਾਂ ਕੋਈ ਪੇਪਰ, ਬੁੱਕ ਬਾਈਂਡਿੰਗ ਕਹਿ ਲਓ, ਪ੍ਰਿੰਟ ਕਢਵਾਉਣੇ ਹੈ, ਫੋਟੋ ਸਟੇਟ ਕਰਵਾਉਣੀ ਹੈ, ਦੈਟਸ ਇਟ। ਉਹ ਸਾਰਾ ਕੁਝ ਇੱਥੇ ਤੁਹਾਨੂੰ ਇੱਥੇ ਅਵੇਲੇਬਲ ਹੋ ਜਾਏਗਾ ਇਨਸਾਈਡ ਦਾ ਸਰਵਿਸ ਹੱਬ। ਐਂਡ ਨੈਕਸਟ ਵਿਲ ਮੂਵ। ਸੋ ਇਹ ਸਾਰਾ ਕੁਝ ਇੱਕੋ ਬਿਲਡਿੰਗ ਦੇ ਵਿੱਚ ਹੀ ਹੈ। ਸੋ ਦ ਨੈਕਸਟ ਥਿੰਗ ਦੈਟ ਵੀ ਕਮ ਅਕ੍ਰੋਸ ਇਜ਼ ਕੋਨੈਸਟੋਗਾ ਸਟੂਡੈਂਟ ਇਨਕੋਰਪੋਰੇਸ਼ਨ। ਦਿਸ ਇਜ਼ ਦ ਮੇਨ ਆਫਿਸ, CSI ਇਹਨੂੰ ਕਿਹਾ ਜਾਂਦਾ। ਕੰਮ ਕੀ ਹੁੰਦਾ ਇੱਥੇ? ਸਰਵਿਸ ਹੱਬ, ਸ਼ਟਲ, ਵੈਲਨੈਸ, ਫੂਡ, ਫੰਡਿੰਗ, ਐਂਟਰਟੇਨਮੈਂਟ, ਮਤਲਬ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਜ਼ਰੂਰਤ ਪੈ ਸਕਦੀਆਂ ਕਾਲਜ ਦੇ ਵਿੱਚ ਰਹਿਣ ਲੱਗੇ, ਉਹਨਾਂ ਦਾ ਇੱਥੇ ਤੁਹਾਨੂੰ ਐਕਸੈਸ ਮਿਲ ਜਾਏਗਾ। ਵਿਲ ਐਕਸਪਲੋਰ ਦਿਸ ਪਲੇਸ ਆਲਸੋ। ਤਾਂ ਸਟੂਡੈਂਟ ਇੰਗੇਜਮੈਂਟ ਏਰੀਆ ਬਣਾਇਆ ਹੋਇਆ, ਇੱਥੇ ਤੁਸੀਂ
ਕੋਈ ਵੀ ਸਟੂਡੈਂਟਸ ਆ ਕੇ ਬੈਠ ਸਕਦੇ ਆ, ਦੇ ਕੈਨ ਡੂ देयर ਓਨ ਵਰਕ, ਆਪਣਾ ਕੋਈ ਪਰਸਨਲ ਕੰਮ ਕਰਨਾ, ਕੋਈ ਪ੍ਰੋਫੈਸ਼ਨਲ ਕੰਮ ਕਰਨਾ, ਕੋਈ ਡਿਸਟਰਬੈਂਸ ਨਹੀਂ ਹੈ। ਔਨ ਕੈਂਪਸ ਕੰਮ ਕਰਨਾ, ਆਫ ਕੈਂਪਸ ਹੈ, ਦੋਨੋਂ ਨੈਟਵਰਕ ਤੁਸੀਂ ਐਕਸੈਸ ਕਰ ਸਕਦੇ ਹੋ। ਤੁਸੀਂ ਇੱਥੇ ਕੋਈ ਵੀ ਫੋਟੋਕਾਪੀ ਵਗੈਰਾ ਤੇ ਦਿਸ ਇਜ਼ ਓਨਲੀ ਫॉर ਦ ਟੀਚਰਸ ਔਰ ਦ ਇੰਸਟਰਕਟਰਸ। ਐਂਡ ਨੈਕਸਟ ਮੇਨਲੀ ਚੀਜ਼ ਕੀ ਹੈ ਕਿ ਤੁਸੀਂ ਕੋਈ ਵੀ ਅਗਰ ਤੁਹਾਡੇ ਨਾਲ ਕੋਈ ਇਸ਼ੂ ਹੈ ਤੁਸੀਂ ਉਹਦੇ ਬਾਰੇ ਡਿਸਕਸ ਕਰ ਸਕਦੇ ਹੋ, ਹੈ ਨਾ। ਸਪੈਸ਼ਲੀ ਲਾਈਕ ਜਿਵੇਂ ਤੁਸੀਂ ਨਵੇਂ ਹੋ, ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਨਾਲ ਕੋਈ ਸੀਨੀਅਰਸ ਨੇ ਬਦਤਮੀਜ਼ੀ ਕਰਤੀ ਹੈ ਵਟ ਐਵਰ, ਵੈਸੇ ਤਾਂ ਉਹ ਚੀਜ਼ ਇੱਥੇ ਹੁੰਦੀ ਨਹੀਂ, ਬਹੁਤ ਰੇਅਰ ਹੋਏਗੀ। ਬਹੁਤ ਹੀ ਅਗਰ ਬਹੁਤ ਵੱਡੀ ਪ੍ਰੋਬਲਮ ਹੋ ਜਾਏ ਤਾਂ ਕੋਈ ਕਿਸੇ ਨੂੰ ਕੁਛ ਮਾੜਾ ਮੋਟਾ ਕਹਿੰਦਾ, ਅਦਰਵਾਈਜ਼ ਨਾਟ ਐਟ ਆਲ। ਕਿਸੇ ਨੂੰ ਕਿਸੇ ਤੋਂ ਕੋਈ ਕੰਮ ਨਹੀਂ ਹੈਗਾ, ਸਾਰੇ ਆਪਣੇ ਇੰਜੋਏ ਕਰਦੇ ਹੈ, ਦੇयर इज़ नो इशू। एंड यू कैन come across to search for the policies of the Conestoga College. So the next part is student wellness space. So this is also known as a recharge room। मतलब ਜਿਵੇਂ ਆਪਾਂ ਕਹਿੰਦੇ ਕਈ ਵਾਰ ਬੰਦਾ ਥੋੜ੍ਹਾ ਜਿਹਾ ਪ੍ਰਾਈਵੇਟ ਸਪੇਸ ਚਾਹੁੰਦਾ, ਥੋੜ੍ਹਾ ਕਾਮ ਜਿਹਾ ਚਾਹੀਦਾ ਯਾਰ, ਵੀ ਮੈਨੂੰ ਬੁਲਾਓ ਨਾ, ਕੁਆਇਟ ਸਪੇਸ ਚਾਹੀਦੀ ਹੈ। ਸੋ ਇਹਦੇ ਵਿੱਚ ਦਿਸ ਇਜ਼ ਦ ਮੋਸਟ ਸਾਇਲੈਂਟ ਜ਼ੋਨ। ਕੋਈ ਵੀ ਸਟੂਡੈਂਟ ਇੱਥੇ ਆਏਗਾ, ਉਹਨੂੰ ਕਿਸੇ ਨੂੰ ਕੋਈ ਨਹੀਂ ਡਿਸਟਰਬ ਕੀਤਾ ਜਾਂਦਾ। ਯੂ ਕੈਨ ਹੈਵ ਅ ਕਾਉਂਸਲਿੰਗ, ਓਪਨ ਸਪੇਸ ਹੈ, ਬਾਹਰ ਜਾ ਸਕਦੇ ਹੋ, ਇੰਜੋਏ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਪੀਅਰ ਸਪੋਰਟ ਰੂਮਸ ਹੈ ਇੱਥੇ, ਤੁਸੀਂ ਇੱਕ ਦੂਸਰੇ ਨਾਲ ਕੋਈ ਟੀਮ ਬਣਾਈ ਹੈ ਛੋਟੀ ਜਿਹੀ, ਕੁਛ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੋ, ਕਰ ਸਕਦੇ ਹੋ। ਵੀ ਹੈਵ ਬੋਰਡ, ਇੱਦਾਂ ਦਾ ਸਾਰਾ ਕੁਛ ਹੈ। ਨੈਕਸਟ ਇਜ਼ ਦ ਸਟੂਡੈਂਟ ਸਕਸੈਸ ਸਰਵਿਸ। ਹੁਣ ਇੱਥੇ ਕੀ ਚੀਜ਼ ਆਉਂਦੀ ਹੈ, ਤੁਸੀਂ ਟ੍ਰੇਨਡ ਸਟੂਡੈਂਟ ਕਰੀਅਰ ਐਂਡ ਇੰਪਲੋਇਮੈਂਟ ਐਡਵਾਈਜ਼ਰਸ ਨਾਲ ਮਿਲਦੇ ਹੋ। ਮੰਨ ਲਓ ਕਿ ਤੁਹਾਡਾ ਕੋਈ ਸੀਨੀਅਰ ਹੈ, ਉਹ ਤੁਹਾਡਾ ਕਰੀਅਰ ਐਡਵਾਈਜ਼ਰ ਹੋ ਗਿਆ, ਹੈ ਨਾ। ਤਾਂ ਉਹਨੇ ਤੁਹਾਨੂੰ ਦੱਸਣਾ ਕਿ ਤੁਸੀਂ ਉਹ ਤੋਂ ਕੀ ਕੰਮ ਸਿੱਖ ਸਕਦੇ ਹੋ, ਐਜੂਕੇਸ਼ਨ, ਕਰੀਅਰ ਪਲੈਨਿੰਗ ਵੀ। ਸਰ ਮੈਂ ਇਹ ਕਰ ਰਿਹਾ, ਲਾਈਕ ਆਈ ਐਮ ਡੂਇੰਗ ਦਿਸ ਥਿੰਗ, ਲੇਟਰ ਔਨ ਆਈ ਐਮ ਪਲੈਨਿੰਗ ਟੂ ਡੂ ਦਿਸ, ਉਹਦੇ ਰਿਗਾਰਡਿੰਗ, ਹੈ ਨਾ। ਵੀ ਹੈਵ ਕੰਪਿਊਟਰਸ ਅਵੇਲੇਬਲ, ਡਿਸਕਸ਼ਨ ਲਈ ਟੇਬਲਸ ਲੱਗੇ ਹੈ ਨਾ। ਸੋ ਦਿਸ ਇਜ਼ ਜਸਟ ਅਗੇਨ ਦ ਸੇਮ ਥਿੰਗ। ਇੰਡੀਅਨ ਕਮਿਊਨਿਟੀ ਸਟੂਡੈਂਟਸ ਨੂੰ ਜਨਰਲੀ ਇਹੀ ਦੱਸਣਾ ਹੀ ਬਹੁਤ ਹੈ ਕਿ ਦਿਸ ਇਜ਼ ਅ ਕਾਮਨ ਏਰੀਆ ਯੂ ਕੈਨ ਯੂਜ਼, ਪਰ ਬਸ ਪਰਪਜ਼ ਹਰ ਇੱਕ ਜਗ੍ਹਾ ਦਾ ਅਲੱਗ ਹੈ। ਸੋ ਦਿਸ ਇਜ਼ ਨੋਨ ਐਜ਼ ਕਰੀਅਰ ਹੱਬ, ਹੈ ਨਾ। ਇੱਥੇ ਤੁਸੀਂ ਆਪਣਾ ਪਾਥਵੇ ਐਕਸਪਲੋਰ ਕਰ ਸਕਦੇ ਹੋ। ਰਿਜ਼ਿਊਮ ਬਣਾਉਣਾ ਹੈਲਪ ਚਾਹੀਦੀ ਹੈ, ਇੱਥੋਂ ਬੁੱਕਸ ਵਗੈਰਾ ਐਕਸੈਸ ਕਰੋ, ਸੈਂਪਲ ਰਿਜ਼ਿਊਮਸ ਦੇਖੋ, ਟਿਪਸ ਦੇਖੋ, ਹਾਊ ਟੂ ਡਿਜ਼ਾਈਨ ਅ ਰਿਜ਼ਿਊਮ, ਬਣਾ ਲਓ ਰਿਜ਼ਿਊਮ ਐਂਡ ਜਸਟ ਕੀਪ ਗਿਵਿੰਗ, ਹੈ ਨਾ। ਕਿਉਂਕਿ ਤੁਸੀਂ ਆਫਟਰ ਆਲ ਕੋਰਸ ਤੋਂ ਬਾਅਦ ਤੁਸੀਂ ਜੋਬ ਵੀ ਕਰਨੀ ਹੈ। ਸੋ ਦੈਟ ਇਜ਼ ਨੈਕਸਟ ਇਜ਼ ਕੌਂਡੋਰਸ ਨੈਸਟ। ਕੌਂਡੋਰ ਨੈਸਟ ਦੇ ਵਿੱਚ ਕੀ ਹੈ, ਤੁਹਾਨੂੰ ਵਨ ਕਾਰਡ ਜਿਹੜਾ ਮਿਲੇਗਾ, ਜਿਹਦੇ ਈਵਨ ਤੁਹਾਨੂੰ ਫੀਸ ਵੀ ਚਾਰਜ ਕੀਤੀ ਜਾਂਦੀ ਹੈ। ਉਹ ਜੋ ਤੁਹਾਡਾ ਕਾਰਡ ਹੈ ਉਹ ਇੱਥੇ ਤੁਹਾਨੂੰ ਬਣਾ ਕੇ ਦਿੱਤਾ ਜਾਏਗਾ, ਤਾਂ ਤੁਸੀਂ ਉਸ ਕਾਰਡ ਨੂੰ ਬਣਵਾਉਣਾ ਹੈ। ਉਹ ਤੁਹਾਡਾ ਆਲ ਓਵਰ ਦ ਕੈਂਪਸ ਵਰਕ ਕਰੇਗਾ। ਸਪੈਸ਼ਲੀ ਇਟਸ ਅ ਕਾਈਂਡ ਆਫ ਆਈਡੈਂਟੀਫਿਕੇਸ਼ਨ ਕਾਰਡ ਫॉर ਦ ਸਟੂਡੈਂਟਸ। ਤਾਂ ਤੁਸੀਂ ਬੈਠਣਾ, ਇੱਥੇ ਫੋਟੋ ਹੋਏਗੀ, ਤੁਹਾਡਾ ਡੇਟਾ ਵਗੈਰਾ ਸੇਵ ਹੁੰਦਾ ਹੈ ਨਾ। ਐਂਡ ਯੂ ਕੈਨ ਹੈਵ ਸਮ ਐਕਸੈਸਰੀਜ਼ ਆਲਸੋ। ਤਾਂ ਆਹ ਦੇਖੋ ਜੀ, ਵਨ ਕਾਰਡ ਸਰਵਿਸਿਜ਼ ਦੀਆਂ ਆਪਣੇ ਕੋਲ ਕੀ ਬੈਨੀਫਿਟਸ ਹੋ ਸਕਦੇ ਹਨ। ਵਨ ਕਾਰਡ ਸਰਵਿਸ, ਜਨਰਲ ਐਂਡ ਟੈਕਨੀਕਲ ਸਪੋਰਟ, ਸਟਾਰਟਅਪ ਅਸਿਸਟੈਂਟ, ਰਿਟੇਲ ਸਰਵਿਸਿਜ਼, ਸਟੂਡੈਂਟ ਸਪੋਰਟ ਸੈਂਟਰ। ਤੁਸੀਂ ਕੁਛ ਵੀ ਲੈਣਾ ਚਾਹੁੰਦੇ ਹੋ, ਪੈਸੇ ਵਗੈਰਾ ਵੀ ਇਸੇ ਕਾਰਡ ਦੇ ਵਿੱਚ ਆ ਜਾਣਗੇ। ਇਟਸ ਅ ਕਾਈਂਡ ਆਫ ਆਈਡੀ ਕਾਰਡ। ਚਲੋ ਜੀ, ਇਸ ਸੈਕਸ਼ਨ ਤੋਂ ਬਾਅਦ ਆਪਾਂ ਮੂਵ ਕਰਦੇ ਹਾਂ ਓਪਨ ਏਰੀਆ ਦੇ ਵਿੱਚ ਆ ਗਏ। ਸੋ ਦਿਸ ਇਜ਼ ਨੋਨ ਐਜ਼ ਡੂਨ ਪੌਂਡ, ਹੈ ਨਾ। ਹੈ ਕੁਛ ਨਹੀਂ, ਛੱਪੜ ਹੈ ਕਿਸੇ ਦਾ ਸਾਦਾ ਜਿਹਾ, ਪਰ ਇੱਦਾਂ ਵੀ ਆ, ਉੱਥੇ ਵੀ ਛੱਪੜ ਨੂੰ ਵੀ ਪੌਂਡ ਹੀ ਕਿਹਾ ਜਾਂਦਾ। ਬਟ ਓਕੇ, ਇਟਸ ਐਨ ਓਪਨ ਪਲੇਸ, ਤੁਸੀਂ ਆ ਕੇ ਬੈਠ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਡੈਫੀਨੇਟਲੀ ਫਿਸ਼ਿੰਗ ਤਾਂ ਨਹੀਂ ਅਲਾਊਡ, ਬਟ ਯੂ ਕੈਨ ਹੈਵ ਅ ਵਿਊ ਆਫ ਦ ਨੇਚਰ ਨਾ। ਡਕਸ ਵਗੈਰਾ ਹੈ, ਤੁਸੀਂ ਥੋੜ੍ਹਾ ਬਹੁਤ ਇੰਜੋਏ ਕਰਨਾ, ਬੈਠੇ ਹੋ ਫਰੈਂਡਸ ਨਾਲ। ਯੂ ਕੈਨ ਹੈਵ ਫੂਡ ਔਰ ਈਟ ਸਮਥਿੰਗ, ਥੋੜ੍ਹਾ ਬਹੁਤ ਵਰਕ ਕਰਨਾ ਹੈ। ਸੋ ਇਟਸ ਐਨ ਓਪਨ ਸਪੇਸ। ਅਗਰ ਮੌਸਮ ਕਿਸੇ ਦਿਨ ਬਹੁਤ ਵਧੀਆ, ਤੁਸੀਂ ਬਾਹਰ ਬੈਠਣਾ ਚਾਹੁੰਦੇ ਹੋ, ਸੋ ਦਿਸ ਇਜ਼ ਦ ਪਲੇਸ। Again we come back inside the campus. So this is a school of business, ਇੱਥੇ ਲਿਖਿਆ ਹੋਇਆ Conestoga School of Business School। ਤਾਂ ਜਿਹੜੇ ਬਿਜ਼ਨਸ ਕੋਰਸ ਦੇ ਵਿੱਚ ਐਨਰੋਲਡ ਹੈ ਸਟੂਡੈਂਟਸ, ਉਹ ਜਨਰਲੀ ਇਸ ਪਲੇਸ ਦੇ ਵਿੱਚ ਆਉਣਗੇ, ਹੈਲਪ ਲੈਣਗੇ, ਹੈਲਪ ਡੈਸਕ ਤੋਂ ਪੁੱਛਣਗੇ ਜੀ ਕੋਰਸ ਬਾਰੇ। ਵੀ ਹੈਵ ਦਿਸ ਲਾਈਬ੍ਰੇਰੀ ਸਟੈਕਿੰਗ, ਇੱਥੇ ਤੁਹਾਡੇ ਕੋਲ ਜਨਰਲਸ ਐਂਡ ਇਸ਼ੂਜ਼ ਹੋ ਗਏ ਜਿਹੜੇ ਬਿਜ਼ਨਸ ਦੇ ਟੌਪ ਪਰਫੋਰਮਿੰਗ, ਇੱਥੇ ਮਿਲ ਜਾਣਗੇ ਤੁਹਾਨੂੰ। ਐਂਡ ਦੈਟਸ ਇਟ। ਇਸ ਤੋਂ ਬਾਅਦ ਹੋਰ ਕੁਛ ਨਹੀਂ ਹੈ। ਬਿਜ਼ਨਸ ਸਕੂਲ ਦਾ ਇੱਕ ਨੈਕਸਟ ਏਰੀਆ ਆਪਣੇ ਕੋਲ ਆ ਗਿਆ, ਦੈਟ ਇਜ਼ ਦ ਬਿਜ਼ਨਸ ਲਾਊਂਜ। ਬਿਜ਼ਨਸ ਲਾਊਂਜ ਦੇ ਵਿੱਚ ਤੁਸੀਂ ਬੈਠ ਸਕਦੇ ਹੋ, ਫਰੈਂਡਸ ਨਾਲ ਕੋਲੈਬੋਰੇਟ ਕਰ ਸਕਦੇ ਹੋ। ਯੂ ਕੈਨ ਡਿਸਕਸ ਯੂਰ ਆਈਡੀਆਜ਼, ਕਮਿਊਨਿਟੀ ਸ਼ੇਅਰਿੰਗ, ਡਾਈਵਰਸਿਟੀ, ਇਹ ਉਹ ਸਾਰਾ ਕੁਛ ਹੀ ਹੈ ਇੱਥੇ। ਸਾਰਾ ਕੁਛ ਡਿਸਕਸ਼ਨਸ ਵਗੈਰਾ ਕਰ ਸਕਦੇ ਹੋ ਤੁਸੀਂ। ਦਿਸ ਇਜ਼ ਐਨ ਓਪਨ ਏਰੀਆ। ਅਗੇਨ ਵੀ ਹੈਵ ਸਮ ਕੈਫੇ ਵੈਂਡਿੰਗ ਮਸ਼ੀਨਸ ਓਵਰ ਹੋਏ। ਕਿਸੇ ਨੂੰ ਬਾਹਲੀ ਸੁਸਤੀ ਆ ਗਈ, ਡੈਫੀਨੇਟਲੀ ਹੈਵ ਸਮ ਰੈੱਡ ਬੁੱਲ ਔਰ ਕੋਕ। ਅਗੇਨ ਇਟਸ ਅ ਪਲੇਸ ਜਿੱਥੇ ਤੁਸੀਂ ਬੈਠ ਕੇ ਕੁਛ ਨਵਾਂ ਗੱਲ ਕਰ ਸਕਦੇ ਹੋ। ਸੋ ਦਿਸ ਇਜ਼ ਦ ਅਵਾਰਡ ਕੇਸ। ਅਵਾਰਡ ਜਿਹੜੇ ਹੁੰਦੇ ਇਹਨਾਂ ਦੇ ਪੋਸੀਬਲ
ਕੀ ਅਵਾਰਡ ਦਿੰਦੇ ਆ ਹੈ ਨਾ, ਤਾਂ ਕਿਹੜੇ ਪ੍ਰਾਈਜ਼ਸ ਹੁੰਦੇ ਆ ਉਹ ਤੁਸੀਂ ਦੇਖ ਸਕਦੇ ਹੋ। ਬਿਜ਼ਨਸ ਲਾਉਂਜ ਆ ਗਿਆ, ਦੈਨ ਵੀ ਹੈਵ ਵਾਈ ਇਕੋਨੋਮਿਸਟ ਹੋ ਗਿਆ, ਬੈਠ ਕੇ ਇੱਦਾਂ ਹੀ ਡਿਸਕਸ਼ਨ ਜੀ ਕਰ ਲਈ ਕੋਈ। ਇੱਦਾਂ ਇਸ ਏਰੀਆਜ਼ ਦੇ ਵਿੱਚ ਬਹੁਤ ਘੱਟ ਸਟੂਡੈਂਟ ਮਿਲਣਗੇ ਤੁਹਾਨੂੰ, ਜਨਰਲੀ ਹੁੰਦੇ ਹੀ ਨਹੀਂ। ਸੋ ਨੈਕਸਟ ਇਜ਼ ਦ ਟੈਲੀਵਿਜ਼ਨ ਸਟੂਡੀਓ ਲੈਬ। ਟੈਲੀਵਿਜ਼ਨ ਸਟੂਡੀਓ ਲੈਬ ਬਹੁਤ ਵਧੀਆ ਚੀਜ਼ ਹੈ, ਜਿਹੜੇ ਸਟੂਡੈਂਟਸ ਨੂੰ ਇੰਟਰਸਟ ਹੈ ਮਲਟੀਮੀਡੀਆ ਦੇ ਨਾਲ ਜਾਂ ਮਲਟੀਮੀਡੀਆ ਕੋਰਸਿਸ ਦੇ ਵਿੱਚ, ਉਹ ਇੱਥੋਂ ਬਹੁਤ ਕੁਝ ਸਿੱਖਣਗੇ। ਸੋ ਯੂ ਕੈਨ ਸੀ ਦਿਸ ਇਜ਼ ਦ ਸਕਰੀਨ ਐਂਡ ਦਿਸ ਇਜ਼ ਦ ਕੈਮਰਾ। ਇਸ ਸਕਰੀਨ ਦੇ ਵਿੱਚ ਇੱਥੇ ਤੁਸੀਂ ਦੇਖਿਆ ਹੋਣਾ ਨਿਊਜ਼ ਰੀਡਰ ਰੀਡ ਕਰ ਰਹੇ ਆ ਕੁਝ ਕੰਟੈਂਟ, ਜਨਰਲੀ ਉਹ ਨਿਊਜ਼ ਯਾਦ ਨਹੀਂ ਕਰਦੇ, ਉਹ ਸਾਰੀ ਸਕਰੀਨ 'ਤੇ ਫਲੈਸ਼ ਹੁੰਦੀ ਹੈ, ਰੀਡਰ ਰੀਡ ਕਰਦਾ ਹੈ ਐਂਡ ਕੈਮਰਾਮੈਨ ਉਹਨੂੰ ਕੈਪਚਰ ਕਰ ਲੈਂਦਾ। ਸੋ ਦਿਸ ਇਜ਼ ਦ ਕੰਪਲੀਟ ਸੈਟਅਪ ਓਵਰ ਹੇਅਰ। ਤੁਸੀਂ ਇਹਨੂੰ ਪ੍ਰੈਕਟਿਸ ਕਰ ਸਕਦੇ ਹੋ, 2 ਸੈਟਅਪ ਲੱਗੇ ਹੋਏ ਹੈ। ਸੋ ਅਗੇਨ ਯੂ ਕੈਨ ਤੁਸੀਂ ਕੁਛ ਆਪਣਾ ਆਰਟ ਡਿਪਿਕਟ ਕਰਨਾ ਹੈ ਨਾ, ਤੁਹਾਨੂੰ ਕੋਈ ਐਕਟੀਵਿਟੀ ਦੇਤੀ ਤਾਂ ਉਹ ਇੱਥੇ ਤੁਸੀਂ ਪਰਫੋਰਮ ਕਰ ਸਕਦੇ ਹੋ। ਸੋ ਦਿਸ ਇਜ਼ ਦ ਕੁਆਇਟ ਏਰੀਆ, ਲਾਈਟਨਿੰਗ ਪ੍ਰੋਪਰ ਹੈ, ਸਕਰੀਨ ਹੈ, ਦਿਸ ਇਜ਼ ਦ ਡਿਸਕਸ਼ਨ ਏਰੀਆ। ਦੈਨ ਦੇ ਹੈਵ ਦੈਟ ਗ੍ਰੀਨ ਵਾਲ ਇਫੈਕਟ। ਤਾਂ ਗ੍ਰੀਨ ਵਾਲ ਇਫੈਕਟ ਦੇ ਸੋ ਇੱਧਰ ਲੈਬਸ ਨੇ, ਰਿਕਾਰਡਿੰਗਸ ਵਗੈਰਾ ਅੰਦਰ ਹੁੰਦੀਆਂ ਕਿਉਂਕਿ ਬਾਹਰ ਪਰਫੋਰਮੈਂਸ ਹੋ ਰਹੀ ਹੈ, ਅੰਦਰ ਰਿਕਾਰਡਿੰਗ ਲੈਬ ਦੇ ਅੰਦਰ ਕੋਆਰਡੀਨੇਸ਼ਨ ਹੁੰਦੀ ਹੈ, ਕਿਹੜਾ ਕੈਪਚਰ ਕਰਨਾ ਸੀਨ, ਕਿਹੜਾ ਡਰੋਪ ਕਰਨਾ ਹੈ। ਦੈਨ ਦੇ ਹੈਵ ਦਿਸ ਸਾਊਂਡ ਰਿਕਾਰਡਿੰਗ ਸਟੂਡੀਓ ਆਲਸੋ। ਇਹ ਬਿਲਕੁਲ ਸਾਊਂਡ ਪ੍ਰੂਫ ਰੂਮ ਹੈਗਾ, ਇੱਥੇ ਤੁਸੀਂ ਰਾਈਟ ਸਾਈਡ 'ਤੇ ਦੇਖ ਸਕਦੇ ਹੋ। ਇਹਦੇ ਵਿੱਚ ਕੋਈ ਵੀ ਰਿਕਾਰਡਿੰਗ ਕਰਨਗੇ, ਦੇ ਹੈਵ ਅਲਟਰਾ ਸੈਂਸਿਟਿਵ ਮਾਈਕਸ ਇੰਸਟਾਲਡ ਹੈ ਨਾ। ਕਿਸੇ ਨੂੰ ਪੋਡਕਾਸਟ ਦਾ ਸ਼ੌਂਕ ਹੈ, ਗਾਣੇ ਦਾ ਸ਼ੌਂਕ ਹੈ, ਤੁਸੀਂ ਆਪਣੇ ਟੈਲੈਂਟਸ ਨੂੰ ਕਰਨਾ ਹੈ ਨਾ। ਸੋ ਆਲ ਦਿਸ ਥਿੰਗਸ, ਐਵਰੀਥਿੰਗ ਇਜ਼ ਅਵੇਲੇਬਲ। ਦੈਨ ਨੈਕਸਟ ਇਜ਼ ਇਕੁਇਪਮੈਂਟ ਰੈਂਟਲ। ਤੁਸੀਂ ਕੋਈ ਇਕੁਇਪਮੈਂਟ ਲੈ ਕੇ ਜਾਣਾ ਚਾਹੁੰਦੇ ਹੋ, ਆਊਟਡੋਰ ਸ਼ੂਟਿੰਗ ਕਰਨੀ ਹੈ, ਡੈਫੀਨੇਟਲੀ ਦ ਕਾਲਜ ਗਿਵਸ ਯੂ ਦ ਪਰਮਿਸ਼ਨ, ਤੁਸੀਂ ਉਹ ਲੈ ਸਕਦੇ ਹੋ। ਦਿਸ ਇਜ਼ ਇਨਸਾਈਡ ਦ ਸਟੂਡੀਓ, ਡਿਜ਼ਾਈਨ ਮੀਡੀਆ ਇਹਨਾਂ ਕੋਲ ਬਣਿਆ ਹੋਇਆ। ਸੋ ਰੇਡੀਓ ਸਟੇਸ਼ਨ ਹੈ ਆਪਣਾ ਹੀ, ਆਪਣਾ ਚੈਨਲ ਲਾਂਚ ਕਰਦੇ ਆ, ਆਪਣਾ ਕੰਮ ਚਲਾਉਂਦੇ ਆ, ਐਂਡ ਜਿਹਨੂੰ ਇੰਟਰਸਟ ਹੈ ਡੈਫੀਨੇਟਲੀ ਉਹ ਤਾਂ ਇੱਥੇ ਪਹੁੰਚ ਹੀ ਜਾਵੇਗਾ। ਸੋ ਦਿਸ ਇਜ਼ ਸਪੈਸ਼ਲੀ ਫॉर ਦ ਸਟੂਡੈਂਟਸ ਹੂ ਆਰ ਰਿਲੇਟਡ ਟੂ ਮਲਟੀਮੀਡੀਆ। ਨਾਓ ਵਿਲ ਕਮ ਬੈਕ ਟੂ ਦ for the students those who are interested in graphic designing। ਤਾਂ ਗ੍ਰਾਫਿਕ ਡਿਜ਼ਾਈਨਿੰਗ ਲਈ ਇਹਨਾਂ ਨੇ ਮੈਕ ਦੀ ਲੈਬ ਲਗਾਈ ਹੋਈ ਹੈ, ਬੜੀ ਸੋਹਣੀ ਲੈਬ ਹੈ, ਹਾਈ ਐਂਡ ਪੀਸੀਜ਼ ਨੇ। ਸੋ ਯੂ ਮੇਕ ਯੂਜ਼ ਆਫ ਦ ਹਾਈ ਐਂਡ ਸੋਫਟਵੇਅਰਸ ਲਾਈਕ ਆਈ ਮੂਵੀ ਐਂਡ ਆਲ, ਤਾਂ ਉਹਨਾਂ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦਿਸ ਇਜ਼ ਦ ਲੈਬ, ਅਤੇ ਟ੍ਰੇਨਰ ਵੀ ਤੁਹਾਡੇ ਕੋਲ ਇੱਥੇ ਬੈਠ ਕੇ ਤੁਹਾਨੂੰ ਸਮਝਾਇਆ ਜਾਏਗਾ, ਐਂਡ ਯੂ ਵਿਲ ਪਰਫੋਰਮ, ਯੂ ਵਿਲ ਕ੍ਰੀਏਟ ਯੂਰ ਓਨ ਮੀਡੀਆ ਐਂਡ ਆਲ ਦੀਸ ਥਿੰਗਸ। So this is the place where all the discussions are done, planning ਕੀਤੀ ਜਾਂਦੀ ਹੈ, ਐਂਡ ਲੇਟਰ ਔਨ ਫਿਰ ਤੁਹਾਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਆਪਣਾ ਡਿਜ਼ਾਈਨਿੰਗ ਕਰਦੇ ਰਹੋ। ਸੋ ਦ ਨੈਕਸਟ ਪਾਰਟ ਇਜ਼ ਇੰਟੀਰੀਅਰ ਡੈਕੋਰੇਟਿੰਗ ਸਟੂਡੀਓ। ਇੰਟੀਰੀਅਰ ਡੈਕੋਰੇਟਿੰਗ ਕੋਰਸਿਸ ਵਾਲੇ ਸਟੂਡੈਂਟ ਇੱਥੇ ਪਹੁੰਚ ਜਾਂਦੇ ਜੀ। ਦੇ ਹੈਵ ਦਿਸ ਏਰੀਆ ਟੂ, ਇਟਸ ਅ ਕਾਈਂਡ ਆਫ ਅ ਕਲਾਸਰੂਮ, ਜਿਸ ਕਲਾਸਰੂਮ ਦੇ ਵਿੱਚ ਉਹ ਸਿੱਖਦੇ ਆ ਕਿੱਦਾਂ ਕਰਨਾ। ਸੋ ਦੇਰ ਇਜ਼ ਅ ਪ੍ਰੋਜੈਕਟਰ, ਡਿਸਕਸ਼ਨ ਟੇਬਲਸ ਆਰ ਦੇਅਰ, ਨੋ ਟੀਚਰਸ ਸੀਟ ਇਜ਼ ਦੇਅਰ। ਸੋ ਦੇ ਗਿਵ ਯੂ ਸਮ ਆਈਡੀਆ ਕਿਹੜੇ ਪੈਟਰਨ ਹੁੰਦੇ ਆ, ਟੈਕਸਚਰ ਕੀ ਹੁੰਦਾ। ਸੋ ਦਿਸ ਇਜ਼ ਅ ਕਾਈਂਡ ਆਫ ਅ ਸਪੇਸ ਜਿੱਥੇ ਤੁਹਾਨੂੰ ਬਹੁਤ ਤੁਹਾਡੇ ਸੀਨੀਅਰਸ ਦਾ ਮਟੀਰੀਅਲ ਮਿਲ ਜਾਏਗਾ, ਐਂਡ ਦੇ ਵਿਲ ਗਿਵ ਯੂ ਅ ਕੰਪਲੀਟ ਨੌਲੇਜ, ਕਲਰ ਕਿੱਦਾਂ ਸਿਲੈਕਸ਼ਨ ਕਰਨਾ, ਇਹ ਉਹ ਸਾਰਾ ਕੁਛ ਇੱਥੇ ਕਵਰ ਹੋ ਜਾਂਦਾ। So next we move to the visual merchandising arts in studio। ਕੱਪੜੇ ਵਾਲੇ ਕਿੱਦਾਂ ਰਿਪਰੈਜ਼ੈਂਟ ਕਰਨੇ ਆ, ਕਿੱਦਾਂ ਸ਼ੋ ਕਰਨੇ ਆ, ਪ੍ਰੈਜ਼ੈਂਟ ਕਰਨੇ ਆ, ਡਿਜ਼ਾਈਨਿੰਗ ਮੈਨੀਕੁਇਨਸ हैं, we have some art items are also displayed over here। okay, now in the next section we are going to check display cases हैं। we have some ਵਿਜ਼ੂਅਲ ਇੰਸਪੀਰੇਸ਼ਨ, ਕੁਛ ਡਿਸਪਲੇ ਕਰਨੇ ਆ ਆਰਟ ਵਗੈਰਾ ਤੁਹਾਡੇ ਕੋਲ, ਜੋ ਵੀ ਕੋਈ ਡਿਜ਼ਾਈਨ ਕੀਤੇ ਕੋਈ ਕੱਪੜੇ ਐਂਡ ਆਲ ਦਿਸ ਥਿੰਗਸ। ਐਂਡ ਵੀ ਹੈਵ ਦ ਨੈਕਸਟ ਸਪੇਸ ਦੈਟ ਇਜ਼ ਅਵੇਲੇਬਲ, ਇਹਨੂੰ ਸਾਇੰਸ ਲੈਬ ਕਿਹਾ ਜਾਂਦਾ ਹੈ। ਸੋ ਸਾਇੰਸ ਲੈਬ ਐਟ ਕੋਨੈਸਟੋਗਾ ਕਾਲਜ ਇਜ਼ ਵੈਰੀ ਗੁੱਡ, ਬਹੁਤ ਹੀ ਨੀਟ ਐਂਡ ਕਲੀਨ ਹੈ। ਯੂ ਕੈਨ ਪਰਫੋਰਮ ਐਵਰੀ ਐਕਸਪੈਰੀਮੈਂਟ, ਵਾਟਰ, ਇਲੈਕਟ੍ਰੀਸਿਟੀ ਹਰੇਕ ਸੀਟ 'ਤੇ ਅਵੇਲੇਬਲ ਹੈ। ਦ ਇੰਸਟਰਕਟਰ ਵਿਲ ਪਰਫੋਰਮ ਇਨ ਫਰੰਟ ਆਫ ਯੂ ਐਂਡ ਯੂ ਕੈਨ ਰੈਪਲੀਕੇਟ। ਵਾਸ਼ ਬੇਸਿਨਸ ਹੈ, ਦੈਨ ਕੈਮੀਕਲ ਅਰੇਂਜਮੈਂਟਸ, ਤੁਸੀਂ ਇੱਥੇ ਆਪਣੇ ਸਾਰੇ ਸਟੂਡੈਂਟਸ ਆਪਣੇ ਆਪਣੇ ਐਕਸਪੈਰੀਮੈਂਟ ਪਰਫੋਰਮ ਕਰਦੇ हैं। ਦਿਸ ਇਜ਼ ਜਨਰਲੀ ਫॉर ਦ ਸਾਇੰਸ ਸਟੂਡੈਂਟਸ। ਕੈਮਿਸਟਰੀ ਦੀ ਲੈਬ ਹੈ, ਸਿੱਧੀ ਜੀ ਗੱਲ ਹੈ। ਸੋ ਦੈਨ ਨੈਕਸਟ ਇਜ਼ ਦ ਹੈਲਥ ਇਨਫੋਰਮੈਟਿਕਸ ਹੈਬ। ਇਹਦੇ ਵਿੱਚ ਹੈਲਥ, ਕਮਿਊਨੀਕੇਸ਼ਨ, ਸਟੱਡਿੰਗ ਸਕਿੱਲਸ, ਇੱਦਾਂ ਦੀਆਂ ਚੀਜ਼ਾਂ, ਹੈਲਥ ਦੀ ਇਨਫੋਰਮੇਸ਼ਨ ਨੂੰ ਕਿੱਦਾਂ ਐਨਾਲਿਸਿਸ ਕਰਨਾ, ਕਿੱਦਾਂ ਮੈਨੇਜ ਕਰਨਾ, ਕਿੱਦਾਂ ਪ੍ਰੈਜ਼ੈਂਟ ਕਰਨਾ, ਉਹ ਚੀਜ਼ਾਂ ਦੇ ਉੱਤੇ ਗੱਲ। ਹੈਲਥ ਵਾਲੇ ਕੋਰਸਿਸ ਦੇ ਵਿੱਚ ਇਹਦੇ ਹੈਗੇ ਸਟੂਡੈਂਟਸ, ਉਹ ਸਾਰੇ ਸਟੂਡੈਂਟਸ ਇਸ ਏਰੀਆ ਨੂੰ ਜ਼ਿਆਦਾ ਰੈਫਰ ਕਰਦੇ। ਦੇਰ ਇਜ਼ ਅ ਡਿਸਕਸ਼ਨ ਏਰੀਆ, ਇਟਸ ਅ ਕਾਈਂਡ ਆਫ ਅ ਲੈਬ ਜਿਹਦੇ ਵਿੱਚ ਬੈਠ ਕੇ ਸਾਰੇ ਤੁਹਾਨੂੰ ਨਵੇਂ ਟੌਪਿਕ ਕਰਾਏ ਜਾਂਦੇ। So again, what is health informatics? Lot of thing, information regarding the health। So this is the section ਜਿਹਦੇ ਵਿੱਚ ਲੈਬ ਦਾ ਦੱਸਿਆ ਨਾ।
ਹੇਅਰਿੰਗ ਇੰਸਟਰੂਮੈਂਟ ਸਪੈਸ਼ਲਿਸਟ ਹੋਏਗਾ, ਇੱਥੇ ਤੁਹਾਨੂੰ ਦੱਸਣਗੇ ਵੀ ਹੇਅਰਿੰਗ ਕਪੈਸਿਟੀ ਨੂੰ ਕਿੱਦਾਂ ਚੈੱਕ ਕਰਨਾ ਹੈ, ਕਿੱਦਾਂ ਡਿਫਰੈਂਟ ਟਾਈਪਸ ਆਫ ਡਿਸਆਰਡਰਸ ਦੇਖਣੇ ਆ। ਸੋ ਦਿਸ ਇਜ਼ ਦ ਲੈਬ ਏਰੀਆ ਜਿਹੜਾ, ਦਿਸ ਇਜ਼ ਦ ਵਨ ਆਫ ਦ ਮੋਸਟ ਸਾਊਂਡ ਪ੍ਰੂਫ ਏਰੀਆ। ਇੰਨਾ ਸਾਊਂਡ ਪ੍ਰੂਫ ਏਰੀਆ, ਤੁਸੀਂ ਅੰਦਰ ਬੈਠ ਜਾਓਗੇ ਤੁਹਾਨੂੰ ਯੂ ਕੈਨ ਈਵਨ ਹੇਅਰ ਯੋਰ ਓਨ ਹਾਰਟ ਬੀਟ। ਤਾਂ ਬਟ ਇਫ ਲਾਈਕ ਇੱਕ ਚੀਜ਼ ਹੋਰ ਹੈ, ਕਹਿੰਦੇ ਜੇ 15 ਕੁ ਮਿੰਟ ਬੈਠ ਜਾਓ ਯੂ ਕੈਨ ਈਵਨ ਫੀਲ the blood, you can hear actually the blood rushing through your body. So this is the complete arrangement. PTA common jet test एक pure tone audiometry something like that, ਉੱਦਾਂ ਦੀਆਂ labs हैं, ਇੱਥੇ ਤੁਹਾਨੂੰ ਸਾਰੇ ਟੈਸਟ ਵਗੈਰਾ ਕਰਕੇ ਦਿਖਾਏ ਜਾਂਦੇ ਆ। ਸੋ ਦੈਟ ਦਿਸ ਇਜ਼ ਇੰਟੈਗਰੇਟਿੰਗ ਪੇਸ਼ੈਂਟ ਲੈਬ। ਪੇਸ਼ੈਂਟ ਨੂੰ ਕਿਵੇਂ ਡੀਲ ਕਰਨਾ ਹੈ, ਕਿੱਦਾਂ ਉਹਨੂੰ ਕਿੱਥੇ ਪਾਉਣਾ ਹੈ, ਕਿੱਦਾਂ ਉਹਨੂੰ ਕਿਵੇਂ ਹੈਂਡਲ ਕਰਨਾ, ਕਿੱਦਾਂ ਚੱਕਣਾ, ਕਿੱਦਾਂ ਬਿਠਾਉਣਾ ਹੈ। ਸੋ ਦਿਸ ਇਜ਼ ਦ ਕੰਪਲੀਟ ਡੈਮੋ ਲੈਬ। ਇਹਦੇ 'ਚ ਆਹੀ ਚੀਜ਼ਾਂ ਦੱਸਿਆ ਜਾਂਦਾ ਕਿ ਨਰਸਿੰਗ ਵਾਲਿਆਂ ਨੇ ਕਿੱਦਾਂ ਕਰਨਾ ਹੈ ਨਾ। ਸੋ ਕੰਪਿਊਟਰ ਕੰਟਰੋਲਡ ਮੈਨੀਕੁਇਨ, ਫੀਡਬੈਕ ਆਉਂਦਾ ਰਹਿੰਦਾ ਜਿਵੇਂ ਮੈਨੀਕੁਇਨ ਦੇ ਉੱਤੇ ਜੋ ਵੀ ਤੁਸੀਂ ਕਰਦੇ ਰਹਿੰਦੇ ਹੋ, ਤਾਂ ਉਹ ਤੁਹਾਨੂੰ ਦੱਸਦਾ ਰਹੇਗਾ ਤੁਹਾਡਾ ਜਿਹੜਾ ਕੰਡਕਟ ਸੀਗਾ ਉਹ ਕਿੰਨਾ ਕੁ ਅੱਛਾ ਸੀਗਾ, ਵੈਲ ਮਿਸਟੇਕਸ ਕੀਤੀਆਂ ਯੈਸ ਔਰ ਨੋ। ਕ੍ਰਾਸ ਸੈਂਟਰ ਫॉर ਸਿਮੂਲੇਸ਼ਨ ਲਰਨਿੰਗ ਹੋ ਰਹੀ ਹੈ ਸਿਮੂਲੇਸ਼ਨ ਦੇ ਨਾਲ, ਲੋਟਸ ਆਫ ਥਿੰਗਸ। ਦੈਨ ਵੀ ਹੈਵ ਇਨ ਕਲਾਸ ਮੋਨੀਟਰਿੰਗ, ਜੋ ਕਲਾਸ ਚੱਲ ਰਹੀ ਹੈ ਉਹਦੀ ਇੱਥੋਂ ਮੋਨੀਟਰਿੰਗ ਕਰ ਸਕਦਾ ਟੀਚਰ, ਤੁਹਾਨੂੰ ਦੱਸ ਸਕਦਾ, ਗਾਈਡ ਕਰ ਸਕਦਾ ਕਿ ਤੁਸੀਂ ਕੀ ਸਹੀ ਕੀਤਾ, ਕੀ ਨਹੀਂ ਕੀਤਾ ਸਹੀ, ਐਂਡ ਵੇਅਰ ਆਲ ਯੂ ਨੀਡ ਟੂ ਇੰਪਰੂਵ। Then next is health and life sciences agora. So this is the area again common area ਜਿੱਥੇ ਬੈਠ ਕੇ ਤੁਸੀਂ ਡਿਸਕਸ਼ਨ ਕਰ ਸਕਦੇ ਹੋ। ਸੋ ਹੁਣ ਤੱਕ ਤੁਸੀਂ ਵੀਡੀਓ ਦੇਖੀ, ਇਹਦੇ ਵਿੱਚ ਤੁਹਾਨੂੰ ਇਹ ਤਾਂ ਚੀਜ਼ ਸਮਝ ਆ ਗਈ ਹੋਣੀ that in Canada definitely they are working on learning by doing. So they are not into theory, ਬਹੁਤ ਜ਼ਿਆਦਾ ਥਿਓਰੀ ਨਹੀਂ। ਥਿਓਰੀ ਸਟੂਡੈਂਟਸ ਉਹ ਕਹਿੰਦੇ ਆਪਣੇ ਆਪ ਲੱਭ ਲੈਣਗੇ, will give them a assignment or a task, ਉਹ ਕਰਦੇ ਰਹਿਣਗੇ, but it's all about telling them in a very interactive way. So next, pre-hospital care. Again, this is just a simulation view create ਕੀਤਾ ਹੋਇਆ ਕਿ ਵੈਨ ਹੈ, ਉਹ ਵੈਨ ਦੇ ਅੰਦਰ ਕਿੱਦਾਂ ਜਾਣਾ, ਸਟ੍ਰੈਚਰ ਕਿੱਦਾਂ ਲੈ ਕੇ ਆਉਣਾ ਹੈ, ਬੋਡੀ ਨੂੰ ਕਿੱਦਾਂ ਪਿਕ ਕਰਨਾ, ਬੱਚੇ ਨੂੰ ਕਿੱਦਾਂ ਪਿਕ ਕਰਨਾ, ਡਿਫਰੈਂਟ ਟਾਈਪ ਆਫ ਸਟ੍ਰੈਚਰਸ ਐਂਡ ਡਿਫਰੈਂਟ ਟਾਈਪ ਆਫ ਇਕੁਇਪਮੈਂਟਸ, ਫਸਟ ਏਡ ਇਕੁਇਪਮੈਂਟਸ, ਸਾਰੀਆਂ ਚੀਜ਼ਾਂ ਅਵੇਲੇਬਲ ਹੈ। ਇੰਸਟਰਕਟਰ ਵਿਲ ਗਿਵ ਯੂ ਅ ਕੰਪਲੀਟ ਕਲਾਸ। ਪਹਿਲਾਂ ਇੱਥੇ ਬੈਠ ਕੇ ਤੁਸੀਂ ਕਲਾਸ ਲਓਗੇ, ਅੰਡਰਸਟੈਂਡਿੰਗ ਲਓਗੇ, ਦੈਨ ਦੇ ਵਿਲ ਆਸਕ ਯੂ ਟੂ ਪਰਫੋਰਮ ਐਂਡ ਡੂ all the things. So this is again the occupational and physiotherapist assistant lab, ਜਿਵੇਂ ਹਾਰਟ ਦੀ ਵਰਕਿੰਗ ਜਾਂ ਮੈਡੀਕਲ ਕੋਰਸਿਸ ਹੈ ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਜਾਂਦਾ। they have some models and they help you to make decisions, they help you to think about it, they help you to actually analyze what is the thing and how to check the problems. ਤਾਂ ਇਹ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਕਿ ਇੱਕ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ ਉਹ ਸਾਰੀਆਂ ਇੱਥੇ ਡਿਸਕਸ ਕੀਤੀਆਂ ਜਾਣਗੀਆਂ। the teacher will give you a complete presentation, different type of bones, weight, mechanics, anatomy, movements of the bone, ਸਾਰਾ ਕੁਝ ਇਹਦੇ ਵਿੱਚ ਆ ਜਾਏਗਾ। so this is the apartment lab. ਇਹ ਲੈਬ ਦੇ ਵਿੱਚ ਕੀ ਕੀਤਾ ਜਾਂਦਾ, learning of environment that replicates everyday setting where they will be working and interacting with patients and members of the community that they will serve for their career. ਸੋ ਅਪਾਰਟਮੈਂਟ ਲੈਬ ਦੇ ਵਿੱਚ ਤੁਸੀਂ ਇਟਸ ਅ ਕਾਈਂਡ ਆਫ ਕਾਮਨ ਏਰੀਆ ਜਿਹੜੇ ਆਪਾਂ ਦੂਸਰੇ ਕੈਂਪਸਿਸ ਦੇ ਵਿੱਚ ਦੂਸਰੇ ਬਿਲਡਿੰਗ ਏਰੀਆਜ਼ ਦੇ ਅੰਦਰ ਦੇਖੇ। ਦਿਸ ਇਜ਼ ਅ ਪਲੇਸ ਫॉर ਮੇਕਿੰਗ ਡਿਸਕਸ਼ਨਸ। ਕਿਸੇ ਟੀਚਰ ਨੇ ਜਾਂ ਇੰਸਟਰਕਟਰ ਨੇ ਕੁਝ ਸਮਝਾਉਣਾ ਹੈ ਜਾਂ ਔਰ ਵਾਟ ਐਵਰ, ਬੈਠੇ ਸਟੂਡੈਂਟਸ हैं ਉਹਨਾਂ ਨੇ ਵੀ ਆਪਸ 'ਚ ਕੁਝ ਡਿਸਕਸ਼ਨ ਕਰਨੀ ਹੈ, ਸੋ ਰਿਗਾਰਡਿੰਗ देयर ਕਰੀਅਰਸ ਐਂਡ ਕਾਉਂਸਲਿੰਗ। ਸੋ ਦਿਸ ਇਜ਼ ਦ ਪਲੇਸ ਅਵੇਲੇਬਲ ਓਵਰ ਹੇਅਰ। ਨੈਕਸਟ ਇਜ਼ ਦ ਰੈਸਪੀਰੇਟਰੀ ਥੈਰੇਪੀ ਲੈਬ। ਤਾਂ ਰੈਸਪੀਰੇਟਰੀ ਥੈਰੇਪੀ ਲੈਬ ਦੇ ਵਿੱਚ ਜਨਰਲੀ ਤੁਹਾਨੂੰ ਇਹੀ ਦੱਸਿਆ ਜਾਂਦਾ ਹੈ ਕਿ ਤੁਸੀਂ ਕਿੱਦਾਂ ਜਿਹੜੀ ਲਰਨਿੰਗ ਅਚੀਵ ਕੀਤੀ ਹੈ ਉਹਨੂੰ ਕਿੱਦਾਂ ਇੰਪਲੀਮੈਂਟ ਕਰਨਾ ਹੈ। ਸੋ starting from the beginners, the student are made to be practiced till they become very expert. ਸਾਹ ਦੀ ਦਿੱਕਤ ਆ ਰਹੀ ਹੈ ਕਿਸੇ ਨੂੰ, ਕਿੱਦਾਂ ਹੈਂਡਲ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੀਤੀਆਂ ਜਾਂਦੀਆਂ। ਸੋ ਦਿਸ ਇਜ਼ ਦ ਕੰਪਲੀਟ ਵਿਊ of the respiratory therapy lab. So this in the center we have a discussion area, or we can say class area, and on the sides we have some mannequins and some apparatus displaying the apparatus ਤੁਹਾਨੂੰ ਦੱਸਿਆ ਜਾਏਗਾ ਕਿੱਦਾਂ ਆਕਸੀਜਨ ਵਗੈਰਾ ਕੰਟਰੋਲ ਕਰਨੀ ਹੈ, ਵਾਟ ਐਵਰ all these things. So this is the area where the teacher will present and make use of different kind of equipment, and these tables are for the students ਇੱਥੇ ਬੈਠ ਕੇ ਉਹਨਾਂ ਨੇ ਸਮਝਣਾ ਇਹਨੂੰ। ਸੋ ਸਪੈਸ਼ਲੀ ਰੈਸਪੀਰੇਟਰੀ ਸਿਸਟਮ ਨੂੰ ਐਕਸਪਲੇਨ ਕਰਨ ਲਈ ਇਹ ਕੰਪਲੀਟ ਲੈਬ ਹੈਗੀ ਹੈ।
ਅਵੇਲੇਬਲ। ਸੋ ਨੈਕਸਟ ਇਜ਼ ਦ ਵੁੱਡ ਵਰਕਿੰਗ ਸੈਂਟਰ ਲੌਬੀ। ਤਾਂ ਕਾਫੀ ਕੰਮ ਵੁੱਡ ਦੇ ਨਾਲ ਹੁੰਦਾ, and Conestoga provides really good programs for making or designing beautiful things out of wood. So ਉਹਦੇ ਲਈ ਇਹਨਾਂ ਦਾ ਇੱਕ ਕੰਪਲੀਟ ਸੈਂਟਰ ਲੌਬੀ ਏਰੀਆ ਹੈਗਾ। ਸੋ ਦਿਸ ਏਰੀਆ ਇਜ਼ ਨੋਨ ਐਜ਼ ਵੁੱਡ ਵਰਕਿੰਗ ਸੈਂਟਰ ਲੌਬੀ। ਤਾਂ ਦਿਸ ਇਜ਼ ਦ ਕੰਪਲੀਟ ਵੁੱਡ ਵਰਕਿੰਗ ਸ਼ॉप। ਤਾਂ ਵੁੱਡ ਵਰਕ ਜੋ ਵੀ ਹੋਣਾ ਹੈ, ਦੀਜ਼ ਆਰ ਦ ਮਸ਼ੀਨਸ, ਕਟਰਸ ਹੈ, ਲੇਥ ਮਸ਼ੀਨਸ ਹੈ, ਇਹ ਸਾਰੀਆਂ ਇੱਥੇ ਲੱਗਿਆ ਹੋਇਆ ਇਕੁਇਪਮੈਂਟ। ਸਟੂਡੈਂਟਸ ਵਿਲ ਪ੍ਰੈਕਟਿਸ ਇਟ, ਇੰਸਟਰਕਟਰ ਡੈਮੋਨਸਟ੍ਰੇਸ਼ਨ ਦਿੰਦੇ ਆ, ਸਟੂਡੈਂਟ ਇਸ ਤੋਂ ਬਾਅਦ ਪ੍ਰੈਕਟਿਸ ਕਰਦੇ। ਬਹੁਤ ਹੀ ਵੱਡਾ ਏਰੀਆ, ਸੋ ਯੂ ਕੈਨ ਹੈਵ ਦ ਕੰਪਲੀਟ ਲੁੱਕ। ਸੋ ਲਾਰਜੈਸਟ ਇਨ ਦ ਨਾਰਥ ਅਮਰੀਕਾ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਟੂਲ ਸੈਕਸ਼ਨ ਆ ਜਾਂਦਾ। ਟੂਲ ਸੈਕਸ਼ਨ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਕਿੱਦਾਂ ਦਾ ਇਕੁਇਪਮੈਂਟ ਅਵੇਲੇਬਲ ਹੈ, ਕਿਹੜਾ ਇਕੁਇਪਮੈਂਟ, ਇੰਟਰੋਡਕਸ਼ਨ ਟੂ ਦ ਇਕੁਇਪਮੈਂਟ ਐਂਡ ਹਾਊ ਟੂ ਯੂਜ਼ ਇਟ। ਨੈਕਸਟ ਦੇ ਹੈਵ ਕਲਾਸਰੂਮਸ। ਤਾਂ ਕਲਾਸਰੂਮਸ ਲਈ ਕੀ, ਇੰਸਟਰਕਟਰ ਇੱਕ ਜਗ੍ਹਾ ਡਿਮੋਨਸਟ੍ਰੇਸ਼ਨ ਦਿੰਦਾ, ਉਸ ਤੋਂ ਬਾਅਦ ਸਟੂਡੈਂਟ ਉਹਨੂੰ ਖੁਦ ਪ੍ਰੈਕਟਿਸ ਕਰਦਾ। ਸੋ ਦਿਸ ਇਜ਼ ਦ ਵੁੱਡ ਵਰਕਿੰਗ ਫਿਨਿਸ਼ਿੰਗ ਰੂਮ। ਤਾਂ ਜੋ ਵੀ ਤੁਸੀਂ ਵੁੱਡ ਦਾ ਮਟੀਰੀਅਲ ਹੈ ਉਹ ਇੱਥੇ ਰੱਖ ਲਿਆ, ਉਸ ਤੋਂ ਬਾਅਦ ਇੱਥੋਂ ਸਪਰੇ ਪੇਂਟ ਦੇ ਨਾਲ ਉਹਦੀ ਪੇਂਟਿੰਗ ਕੀਤੀ ਜਾਂਦੀ ਹੈ। ਤਾਂ ਦਿਸ ਇਜ਼ ਦ ਸੈਕਸ਼ਨ ਏਰੀਆ। ਇੱਧਰ ਨੂੰ ਜਿਹੜਾ ਫਿਊਮਸ ਆ ਹਵਾ 'ਚ ਨਹੀਂ ਉੱਡਦੀਆਂ, ਉਹ ਖਿੱਚਿਆ ਜਾਂਦਾ। ਐਂਡ ਦਿਸ ਇਜ਼ ਦ ਏਰੀਆ ਜਿੱਥੇ ਤੁਸੀਂ ਆਪਣਾ ਵੁੱਡ ਦਾ ਮਟੀਰੀਅਲ ਜੋ ਵੀ ਬਣਾਇਆ ਆਰਟ, ਉਹਨੂੰ ਬਣਾ ਕੇ ਉਹਨੂੰ ਪੇਂਟ ਵਗੈਰਾ ਕਰਨਾ। ਸੋ ਇੱਦਾਂ ਦੀਆਂ ਬਹੁਤ ਅੱਛੀਆਂ ਚੀਜ਼ਾਂ। ਇਹਨੂੰ ਪੇਂਟ ਬੂਥ ਵੀ ਕਿਹਾ ਜਾਂਦਾ ਅਗੇਨ। ਓਕੇ, ਸੋ ਵੀ ਹੈਵ ਅ ਵਰਚੁਅਲ ਰਿਐਲਿਟੀ ਟ੍ਰੇਨਿੰਗ। ਤਾਂ ਬਿਫੋਰ ਡੂਇੰਗ ਈਚ ਐਂਡ ਐਵਰੀਥਿੰਗ, ਕੰਪਲੀਟਲੀ ਕਰਨ ਤੋਂ ਪਹਿਲਾਂ ਤੁਹਾਨੂੰ ਵਰਚੁਅਲ ਰਿਐਲਿਟੀ ਨਾਲ ਸਮਝਾਇਆ ਜਾਂਦਾ ਕਿ ਕਿੱਦਾਂ ਕਰਨਾ ਹੈ ਨਾ। ਸੋ ਦਿਸ ਇਜ਼ ਦ ਲੋ ਕੋਸਟ ਮੋਡਲ। ਸੋ ਦੈਨ ਵੀ ਹੈਵ ਮਕੈਨੀਕਲ ਟੈਕਨੀਸ਼ੀਅਨ ਸ਼ਾਪ। ਸੋ ਮਕੈਨੀਕਲ ਟੈਕਨੀਸ਼ੀਅਨ ਸ਼ਾਪ ਦੇ ਵਿੱਚ ਮਸ਼ੀਨਸ ਹੈ, ਸਪੈਸ਼ਲੀ ਦਿਸ ਇਜ਼ ਦ ਲੇਥ ਮਸ਼ੀਨ। ਸੋ ਇਟਸ ਅ CNC ਲੇਥ ਮਸ਼ੀਨ ਜਿਹਦੇ ਵਿੱਚ ਮਸ਼ੀਨਿੰਗ ਕੀਤੀ ਜਾਂਦੀ ਹੈ ਮੈਟਲ ਆਬਜੈਕਟਸ ਦੀ। ਸੋ ਦਿਸ ਇਜ਼ ਵਨ ਆਫ ਦ ਗ੍ਰੇਟੈਸਟ ਪ੍ਰੋਸੀਜਰ। ਬਹੁਤ ਵਧੀਆ ਚੀਜ਼ ਹੈ। ਈਵਨ ਇਨ ਪੰਜਾਬ ਇੰਜੀਨੀਅਰਿੰਗ ਕਾਲਜਿਸ ਦੇ ਵਿੱਚ ਕਿਤੇ ਕਿਤੇ ਇੱਦਾਂ ਦੀਆਂ ਮਸ਼ੀਨਸ ਨਜ਼ਰ ਆਉਣੀਆਂ, ਬਟ ਨਾਟ ਅਪ ਟੂ ਦੈਟ ਮਾਰਕ ਜਿਹੜੀਆਂ ਇਹਨਾਂ ਕੋਲ ਅਵੇਲੇਬਲ ਹੈ। ਆਫਕੋਰਸ ਕਿਉਂਕਿ ਹਾਈਲੀ ਸਪੈਸ਼ਲਾਈਜ਼ਡ ਕੋਰਸਿਸ ਹੈਗੇ, ਤਾਂ ਮਸ਼ੀਨਸ ਵੀ ਇਹਨਾਂ ਨੇ ਬਹੁਤ ਅੱਛੀਆਂ ਰੱਖੀਆਂ ਹੋਈਆਂ ਟ੍ਰੇਨਿੰਗਸ ਦੇਣ ਲਈ। ਸੋ ਦਿਸ ਇਜ਼ ਦ ਕੰਪਲੀਟ ਲੈਬ where different type of tools are placed and the students are used to they are made to practice over here. So this is the testing area. 5000 square feet ਦਾ ਇਹ ਟੈਸਟਿੰਗ ਏਰੀਆ ਹੈਗਾ। ਇਹਦੇ ਵਿੱਚ ਰੂਮਸ ਬਣਾਏ ਹੋਏ ਆ। ਦਿਸ ਇਜ਼ ਰੂਮ ABC ਹੈ ਨਾ। ਫੋਰ ਐਗਜ਼ਾਮਪਲ ਦਿਸ ਇਜ਼ ਇੱਥੇ ਤੁਸੀਂ ਦੇਖ ਸਕਦੇ, ਦਿਸ ਇਜ਼ ਰੂਮ C। ਤਾਂ ਰੂਮ C ਦੇ ਵਿੱਚ ਬੈਠ ਕੇ ਤੁਸੀਂ ਟੈਸਟਿੰਗ ਕਰਨੀ ਹੈ ਇਕੁਇਪਮੈਂਟਸ ਦੀ। ਇੱਥੋਂ ਐਂਟਰੀ ਹੋ ਜਾਂਦੀ ਹੈ ਐਂਡ this is again the complete area. Okay, now next ਆਪਾਂ ਦੇਖਦੇ ਹਾਂ। so after the testing area then we have a tech bar. tech bar ਦੇ ਵਿੱਚ ਕੀ ਹੈ, ਤਾਂ ਉਹਨਾਂ ਕੋਲ ਟੈਕਨੀਕਲ ਟਿਊਟੋਰੀਅਲਸ ਮਿਲ ਜਾਂਦੇ ਆ, ਗਾਈਡੈਂਸ ਮਿਲ ਜਾਂਦੀ ਹੈ ਰਿਗਾਰਡਿੰਗ software and online systems. Students, those who are into technical courses, they will definitely come over here and explore this area. ਇੱਥੇ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਜਾਏਗੀ, ਵਟ ਐਵਰ ਇਜ਼ ਰਿਕੁਆਇਰਡ ਫॉर योर ਪ੍ਰੋਜੈਕਟ। ਨੈਕਸਟ ਇਜ਼ ਇਨਫੋਰਮੇਸ਼ਨ ਐਂਡ ਰਿਸਰਚ ਡੈਸਕ। ਹੁਣ ਆਪਾਂ ਥੋੜ੍ਹਾ ਜਿਹਾ ਆ ਗਿਆ ਰਿਸਰਚ ਵੱਲ ਨੂੰ। ਤਾਂ ਜਿਹੜੇ ਰਿਸਰਚ ਸੈਂਟਰ ਹੈ, ਰਿਸਰਚ ਰਿਗਾਰਡਿੰਗ ਕੋਈ ਵੀ ਹੈਲਪ ਲੈਣੀ ਹੈ, ਕਿੱਦਾਂ ਤੁਸੀਂ ਕੰਟੈਂਟ ਨੂੰ ਸਰਚ ਕਰਨਾ, ਫਾਰਮੂਲੇਟ ਕਰਨਾ, ਦੀਜ਼ ਆਰ ਦ ਕੰਪਿਊਟਰਸ ਅਵੇਲੇਬਲ। ਤੁਸੀਂ ਇੱਥੇ ਬੈਠ ਕੇ ਆਪਣਾ ਕੰਟੈਂਟ ਸਰਚ ਕਰ ਸਕਦੇ ਹੋ। ਇਫ ਯੂ ਰਿਕੁਆਇਰ ਐਨੀ ਕਾਈਂਡ ਆਫ ਹੈਲਪ, you can definitely talk or take help of any of the instructor who is available over there. ਤਾਂ ਟੋਟਲ 6 ਵਰਕ ਰੂਮਸ ਹੈ ਇਹਨਾਂ ਨੇ ਆਪਾਂ ਨੂੰ ਦਿੱਤੇ ਹੋਏ ਸਟੂਡੈਂਟਸ ਲਈ। ਸੋ ਦਿਸ ਇਜ਼ ਰੂਮ 1 2 3 4 ਐਂਡ ਸੋ ਔਨ। ਟੋਟਲ 6 ਰੂਮਸ ਹੈ ਜੀ। ਇਹਨਾਂ ਵਿੱਚ ਡਿਸਕਸ਼ਨਸ ਹੋ ਸਕਦੀਆਂ, ਗਰੁੱਪਸ ਹੋ ਸਕਦੇ ਆ। ਦੇ ਮਾਈਟ ਗਿਵ ਯੂ ਐਨੀ ਕਾਈਂਡ ਆਫ ਰਿਸਰਚ ਟੋਪਿਕ। ਸੋ ਦਿਸ ਇਜ਼ ਦ ਕੁਆਇਟ ਸਟੱਡੀ ਏਰੀਆ ਜਿੱਥੇ ਬੈਠ ਕੇ ਸਿਰਫ ਤੁਸੀਂ ਸਟੱਡੀ ਕਰਨਾ ਆਪਣਾ। ਐਂਡ ਯੂ ਆਰ ਡੈਫੀਨੇਟਲੀ ਨਾਟ ਅਲਾਊਡ ਟੂ ਟਾਕ ਬਿਕੋਜ਼ ਦਿਸ ਇਜ਼ ਦ ਅਲਟਰਾ ਸਾਇਲੈਂਟ ਜ਼ੋਨ। ਇਹ B ਵਿੰਗ ਕੋਰੀਡੋਰ ਦੇ ਅੰਦਰ ਆ ਜਾਏਗਾ। ਲੇਟਰ ਔਨ ਮੈਂ ਜਦੋਂ ਤੁਹਾਨੂੰ ਐਕਸਪਲੇਨ ਕਰੂੰਗਾ, ਲੈਟ ਯੂ ਨੋ ਵਾਟ ਇਜ਼ A ਵਿੰਗ B ਵਿੰਗ, ਸਾਰੇ ਐਕਸਪਲੇਨ ਕਰਦੇ ਰਹਾਂਗੇ। ਨਾਓ ਵੀ ਆਰ ਇਨ ਟੂ ਦ ਕੋਨਸਟੋਗਾਸ ਨਾਰਥ ਜਿਮ। ਤਾਂ ਜਿਹੜਾ ਇਹਨਾਂ ਦਾ ਜਿਮ ਏਰੀਆ ਦੈਟ ਇਜ਼ ਅਗੇਨ ਡਿਵਾਈਡਡ ਇਨਟੂ ਸਾਊਥ ਏਰੀਆ ਐਂਡ ਨਾਰਥ ਏਰੀਆ। ਸਾਊਥ ਨਾਰਥ ਦੋ ਪਾਰਟ ਹੈ ਵੱਡੇ, ਐਂਡ ਅਫਕੋਰਸ ਹੋਰ ਵੀ ਪਾਰਟ ਹੈਗੇ, ਨਾਟ ਓਨਲੀ ਨਾਰਥ ਐਂਡ ਸਾਊਥ। ਸੋ ਇਸ ਏਰੀਏ ਦੇ ਵਿੱਚ ਤੁਹਾਡੇ ਕੋਲ ਇਨਡੋਰ ਇੱਕ ਇਟਸ ਅ ਕਾਈਂਡ ਆਫ ਲਾਰਜ ਏਰੀਆ ਜਿੱਥੇ 400 ਬੰਦੇ ਦੇ ਸਪੈਕਟੇਟਰ ਹੈ ਨਾ, 400 ਬੰਦਾ ਬੈਠ ਕੇ ਦੇਖ ਸਕਦਾ ਗੇਮਸ। ਤਾਂ ਇਹਦੇ ਵਿੱਚ ਕੀ ਚੀਜ਼ਾਂ, 3 ਗੇਮਾਂ ਇਕੱਠੀਆਂ ਚੱਲ ਸਕਦੀਆਂ। ਵਾਲੀਬਾਲ ਗੇਮ ਚੱਲ ਸਕਦੀਆਂ, ਬਾਸਕਿਟਬਾਲ ਗੇਮਸ ਚੱਲ ਸਕਦੀਆਂ, ਬੈਡਮਿੰਟਨ ਗੇਮਸ ਅਲੱਗ ਅਲੱਗ ਚੱਲ ਸਕਦੀਆਂ ਨਾ। ਫੋਰ ਐਗਜ਼ਾਮਪਲ ਅਗਰ 3 ਵਾਲੀਬਾਲ ਗੇਮਸ ਪੈਰਲਲੀ ਚੱਲ ਸਕਦੀਆਂ,
2 ਬਾਸਕਟਬਾਲ ਗੇਮਸ ਚੱਲ ਸਕਦੀਆਂ, 8 ਗੇਮਸ ਬੈਡਮਿੰਟਨ ਦੀਆਂ ਪੈਰਲਲੀ ਇੱਥੇ ਚੱਲ ਸਕਦੀਆਂ। ਇੰਨਾ ਵੱਡਾ ਇਹ ਹਾਲ ਹੈ ਅਵੇਲੇਬਲ। ਐਂਡ स्टूडेंट्स आते हैं, दे पार्टिसिपेट टूर्नामेंट्स ये वो जिन्हों ने जाना। एंड दिस इज़ द नेम ऑफ द क्लब, दिस इज़ कॉनेस्टोगा कॉन्डोर्स। तो इस नाम ते क्लब हैगा इन्हों का। सो एवरी स्टूडेंट इज़ अ पार्ट ऑफ कॉनेस्टोगा कॉन्डोर एंड दे कम ओवर हेयर एंड इट इज़ दिस इज़ द पार्ट हाई परफॉर्मेंस जिमनेजियम जिन्हों साउथ जिम कहा जाता है ना। सो यू कैन जस्ट हैव अ लुक, बहुत ही अच्छा वुडन फिनिश्ड फ्लोर है। एंड अगेन इट्स वेरी हाई, देयर इज़ अ डिस्प्ले बोर्ड ओवर देयर। स्पैक्टेटर एरिया ऊपर ही है जी, ऊपर खड़न नूं एरिया बनया होया है, देयर इज़ नो प्लेस टू सिट। एंड दिस इज स्कोर बोर्ड या तुसी अपना जो भी कंटेंट वगैरह रखना है, एवरीथिंग इज़ अवेलेबल ओवर देयर। सो नैक्सट वी हैव द फिटनेस सेंटर। अगेन ये सारा कुछ तुहानूं मैं दस रहा किचनर यानी कि डून कैंपस दे विच अवेलेबल। बहुत बड़े कैंपस हैं, हाईली फर्निश्ड, बहुत अच्छा। देखो हाई क्लास जिम अवेलेबल है। सो 8500 स्क्वेयर फीट का यह जिम बनया हुआ है जी। एंड स्टूडेंट्स कैन लिटरली हैव एनी काइंड ऑफ इक्विपमेंट, इतने सब तरह का इक्विपमेंट अवेलेबल। इट्स वेरी नीट एंड क्लीन। बाहर कैंपस नज़र आ रहा है, कैंपस के बाहरों भी ये एरिया नज़र आएगा, मैं तुम्हें दिखा दूंगा। सो देयर आर लॉट ऑफ ट्रेडमिल्स एंड क्रॉस ट्रेनर्स, इलिप्टिकल्स वट एवर, तुसी नेम द इक्विपमेंट एंड दे हैव इट इन द जिम, है ना। सो दिस इज़ रियली ग्रेट। सो आप मूव करते हैं नैक्सट। सो दिस इज़ द रिक्रिएशन सेंटर। रिक्रिएशन सेंटर के अंदर ही जिम है डेफिनेटली। सो रिक्रिएशन सेंटर के अंदर कॉमन स्टूडेंट स्पेस बनाती है इफ़ यू वांट टू वेट एंड सिट और वट एवर। उस तो बाद दे हैव हैल्थ एंड वैलनेस ऑफिस। तुसी बैठ गए, किसी की हड्डी हुड्डी हिल गई वट एवर, इफ़ यू आर हैविंग नेक्स्ट स्प्रेन्स और वट एवर, यू कैन विजिट अ फिजिशियन ओवर हेयर। इतने तुहाडी हेल्प की जाएगी। दे विल ऑफ कोर्स रिकमेंड यू विद सम काइंड ऑफ ट्रीटमेंट ऑल्सो अगर तुहाडे कोई वैलनेस इशू आ रहा। सो दे हैव इनडोर रनिंग ट्रैक। सो जोड़ा आप नीचे देखा सी साउथ जिम, वो उपरली साइड दे ये दिस इज़ अ स्पैक्टेटर एरिया एंड रनिंग ट्रैक अवेलेबल। 4 लेन का रनिंग ट्रैक है एंड 185 मीटर्स लेंथ है। सो दे कैन स्टूडेंट कैन हैव रन। वैदर कंडीशन कोई मर्जी हो, इट्स टोटली कवर्ड, एयर कूल्ड, कोई दिक्कत नहीं है। वैदर कंडीशन कोई भी हुई बट यू कैन जस्ट इंजॉय, यू देयर इज़ नो प्रॉब्लम लाइक तुहानूं रुकना पेगा हेल्थ लई। So again on the side we have a student lounge. Student lounge ਦੇ ਵਿੱਚ ਬੈਠੋ enjoy ਕਰੋ। So this is the entry of Conestoga residence. This is again one of the largest part available building the residence है and conference center ਦੇ ਨਾਮ ਤੇ ਇਹ famous है। So this is the you can say lobby area। ਇੱਥੇ ਆਉਂਗੇ ਤੁਸੀਂ, you can just ask about your rooms, your bookings, whatever, and then you'll move next। So this is an example of a typical room, how it does look inside a concept suite। तो ये देखो we have air conditioning available and a lot of things, beds हैं, outdoor view है, you have cupboards to place your content, you have screens, there's a little kitchen and you have some washing area। it's a complete kind of suite, छोटा जा एक तरह का 2 bedroom का set कह सकते आप इनू। सो अगेन दिस इज़ अनदर एग्जाम्पल, 2 bedroom वाला suite हैगा। सो ये इन्ना दा कैंपस रेजिडेंस है इफ़ यू वांट टू हैव इट, बट डेफिनेटली यू नीड टू मेक द बुकिंग्स। सो दिस इज़ द गेम्स रूम अवेलेबल। इस एरिए दे विच रिक्रिएशन सेंटर के अंदर गेम्स रूम हैगा। तुसी कुछ इंजॉय करना चाहते हो फ्री हो फ्रेंड्स नाल, सो यू कैन कम ओवर हेयर एंड इंजॉय योरसेल्फ। सो दिस इज़ चाइल्ड डेवलपमेंट सेंटर। प्री स्कूल रूम्स आ गए, चिल्ड्रन के बारे दसना जोड़े चाइल्ड केयर दे विच स्टूडेंट्स एनरोल होंगे हैं, दे विल डेफिनेटली कम ओवर हेयर एंड लर्न अ लॉट ऑफ थिंग्स। एंड दिस इज़ ईसी क्लासरूम, बहुत कुछ लर्निंग ਲਈ समझाया जाता है। देयर इज़ अ लॉट ऑफ स्टफ अवेलेबल ओवर हेयर। ਤੁਸੀਂ ਇਹਨੂੰ ਦੇਖ ਸਕਦੇ ਹੋ ਚਾਈਲਡ ਕੇਅਰ ਲਈ ਬੱਚਿਆਂ ਨੂੰ ਕਿੱਦਾਂ ਸਿਖਾਉਣਾ ਹੈ, ਹਾਊ ਟੂ ਕੀਪ देयर थिंग्स, हाउ टू मैनेज वट एवर। सो दिस इज़ वाटरलू वैलिंगटन फ्लाइट सेंटर। तो वाटरलू कैंपस ਦੇ ਵਿੱਚ ਤੁਹਾਡੇ ਕੋਲ ਇੱਕ ਫਲਾਈਟ ਜਾਂ एविएशन इंडस्ट्री ਦੇ ਨਾਲ ਰਿਲੇਟਡ ਪ੍ਰੋਗਰਾਮਸ ਆਉਣਗੇ। सो देयर यू विल बी टॉट अबाउट एयरप्लेन्स। सो ठीक है जी, फ्लाइट मैनेजमेंट किद्दां फ्लाइट्स लैनी है, ट्रेनिंग्स उन्होंने फ्लाइट्स दी। इतने बहुत बड़ा हैंगर है, देयर आर लॉट ऑफ एयरक्राफ्ट्स अवेलेबल ओवर हेयर एंड सेंटर है मैनेजमेंट सेंटर, ऑल दिस थिंग्स आर देयर। यू कैन इवन
have, this is the indoor of the hangar ਦੇ ਅੰਦਰ ਸੈਂਪਲ ਪਾਇਲਟ ਬਿਠਾ ਕੇ ਇਹਨਾਂ ਨੇ ਦਿਖਾਇਆ ਵਾ. ਸੋ there is a complete introduction to the plane ਹੈ ਨਾ. ਹੈਂਗਰ ਦੇਖ ਸਕਦੇ ਹੋ ਤੁਸੀਂ, 2-3 planes ਇਹਦੇ ਵਿੱਚ ਹੈਗੇ ਆ, ਇੰਨੀ ਕਪੈਸਿਟੀ ਹੈ. ਸਟਿਲ there is lot more, ਮਕੈਨਿਕਸ, ਇੰਜੀਨੀਅਰਿੰਗ, ਸੇਫਟੀ ਨਾਲ ਕਿੱਦਾਂ ਡੀਲ ਕਰਨਾ, ਸਾਰਾ ਕੁਝ ਐਕਸਪਲੇਨ ਕੀਤਾ ਜਾਏਗਾ. ਨੈਕਸਟ ਕਮਸ ਦ ਫਲਾਈਂਗ ਸਿਮੂਲੇਟਰ. ਤਾਂ ਫਲਾਈਂਗ ਸਿਮੂਲੇਟਰ ਦੇ ਵਿੱਚ ਇੱਕ ਐਗਜ਼ਾਮਪਲ, there is a large dummy plane and ਤੁਸੀਂ ਇਹਨੂੰ ਸਿੱਖ ਸਕਦੇ ਹੋ ਚਲਾ ਕੇ, ਸਕਰੀਨਸ ਨਾਲ ਕੰਟਰੋਲਡ ਹੈ. ਦਿਸ ਇਜ਼ ਦ ਕੰਪਲੀਟ ਓਰੀਜਨਲ ਇਨਵਾਇਰਮੈਂਟ ਆਫ ਦ ਐਰੋਪਲੇਨ. ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਿੱਖ ਸਕਦੇ ਹੋ. ਸੋ ਦਿਸ ਇਜ਼ ਦ ਕੰਪਲੀਟ ਯੂ ਕੈਨ ਸੇ ਦਿਸ tour, virtual tour of the Kitchener-Doon campus. And in the next video we'll definitely go for more. There are more campus like Cambridge campus is there, Waterloo campus is there, Guelph campus is there. The Conestoga college apne Punjabi students the one of the best most preferred place hai for pursuing their studies, and it is really good. So that's all for today, students. Thank you. And this was Professor Ankit explaining you about the complete knowledge of the campus. If you still need more information, definitely let me know. I will make another video for you. Thank you, students. Thanks a lot.